मैं हाँ पुनीत, ਅਸੀਂ ਲਗਾਤਾਰ ਤੁਹਾਡੇ ਨਾਲ ਜੁੜੇ ਹੋਏ ਹਾਂ। ਮੇਰੇ ਵੱਖ-ਵੱਖ ਸਾਥੀ ਲਗਾਤਾਰ ਤੁਹਾਡੇ ਸਾਹਮਣੇ ਆਉਂਦੇ ਆ ਤਾਂ ਕਿ ਤੁਹਾਨੂੰ ਅਪਡੇਟਡ ਵੀ ਰੱਖਿਆ ਜਾਏ, ਤੁਹਾਨੂੰ ਇਨਫੋਰਮੇਸ਼ਨ ਵੀ ਦਿੱਤੀ ਜਾਏ ਤੇ ਕਿਸੇ ਤਰੀਕੇ ਨਾਲ ਜੇ ਐਂਟਰਟੇਨ ਕਰ ਸਕੀਏ ਤਾਂ ਉਹ ਵੀ ਕਰ ਸਕੀਏ, ਕਿਉਂਕਿ ਫਿਲਹਾਲ ਤੱਕ ਜੋ ਮਾਹੌਲ ਬਣਿਆ ਹੋਇਆ ਹੈ, ਕੁਝ ਰਾਹਤ ਦੀ ਖਬਰ ਜਿਹੜੀ ਉਹ ਨਿਕਲ ਕੇ ਸਾਹਮਣੇ ਨਹੀਂ ਆ ਰਹੀ। ਅਸੀਂ ਐਂਟੀਡੋਟ ਦੀ ਵੇਟ ਕਰ ਰਹੇ ਹਾਂ, ਅਸੀਂ ਹਰ ਲਿਹਾਜ਼ ਨਾਲ ਕਿਸੇ ਨਾ ਕਿਸੇ ਕੁਝ ਅਜਿਹੇ ਮਿਰਾਕਲ ਦੀ ਵੇਟ ਕਰ ਰਹੇ ਹਾਂ ਜਿਹੜਾ ਕਿ ਫਿਲਹਾਲ ਸਾਡੇ ਤੱਕ ਨਹੀਂ ਪਹੁੰਚ ਪਾ ਰਿਹਾ। ਅਜਿਹੇ ਵਿੱਚ ਮਸਲੇ ਬਹੁਤ ਸਾਰੇ, ਅਜਿਹੇ ਵਿੱਚ ਮੁੱਦੇ ਬਹੁਤ ਸਾਰੇ ਤੇ ਮੁੱਦੇ ਵੀ ਅਜਿਹੇ ਜਿਨ੍ਹਾਂ ਤੇ ਇਹ ਨਹੀਂ ਕਿ ਕਰੋਨਾ ਹੈ ਗੱਲ ਨਹੀਂ ਹੋਣੀ ਚਾਹੀਦੀ। ਅਜਿਹਾ ਨਹੀਂ ਕਿ ਜੇ ਕਰੋਨਾ ਹੈ ਤੇ ਅਸੀਂ ਵਿਕਾਸ ਤੇ ਗੱਲ ਨਹੀਂ ਕਰਨੀ, ਅਜਿਹਾ ਨਹੀਂ ਕਿ ਜੇ ਕਰੋਨਾ ਹੈ ਤੇ ਅਸੀਂ ਬੱਚਾ ਦੀ ਐਜੂਕੇਸ਼ਨ ਤੇ ਗੱਲ ਨਹੀਂ ਕਰਨੀ, ਅਜਿਹਾ ਨਹੀਂ ਕਿ ਜੇ ਕਰੋਨਾ ਹੈ ਤੇ ਅਸੀਂ ਪੰਜਾਬ ਦੀਆਂ ਜਾਂ ਦੇਸ਼ ਦੀਆਂ ਪਾਲਿਸੀਜ਼ ਦੇ ਉੱਤੇ ਗੱਲ ਨਹੀਂ ਕਰਨੀ। ਇਹਨਾਂ ਸਭ ਤੇ ਗੱਲ ਕਰਨੀ ਹਮੇਸ਼ਾ ਤੋਂ ਜ਼ਰੂਰੀ ਹੁੰਦੀ ਹੈ, ਫਰੇਮ ਚਾਹੇ ਵੱਡਾ ਹੋਏ ਜਾਂ ਛੋਟਾ ਹੋਏ, ਚਾਹੇ ਸੋਸ਼ਲ ਨੈਟਵਰਕਿੰਗ ਥਰੂ ਜੁੜੀਏ, ਫਿਰ ਚਾਹੇ ਅਸੀਂ ਇੱਦਾਂ ਜੁੜੀਏ, ਕਿਸੇ ਵੀ ਤਰੀਕੇ ਨਾਲ ਇਹਨਾਂ ਮੁੱਦਿਆਂ ਨੂੰ ਅਸੀਂ ਨਕਾਰ ਨਹੀਂ ਸਕਦੇ। ਹੁਣ ਜਦ ਇੰਨੇ ਸਾਰੇ ਮੁੱਦੇ ਪਏ ਹੋਣ ਤੇ ਅਜਿਹੇ ਵਿੱਚ ਅਸੀਂ ਰੇੜਕਾ ਇੱਕ ਮੁੱਖ ਸਕੱਤਰ ਦੇ ਉੱਤੇ ਰੱਖ ਦਈਏ, ਅਸੀਂ ਰੇੜਕਾ ਕੁਝ ਇਸ ਤਰ੍ਹਾਂ ਨਾਲ ਉਸ ਗੱਲ ਨੂੰ ਮਤਲਬ ਤਿਲ ਦਾ ਪਹਾੜ ਬਣਾ ਦਈਏ ਕਿ ਜਿਸ ਤੋਂ ਬਾਅਦ ਸਾਰੀ ਦੀ ਸਾਰੀ ਜਿਹੜੀ ਆਬਕਾਰੀ ਪਾਲਿਸੀ ਹੈਗੀ ਆ, ਜਿਹੜਾ ਆਬਕਾਰੀ ਵਿਭਾਗ ਹੈਗਾ, ਉਹ ਕੁਐਸਚਨ ਮਾਰਕਸ ਹੇਠਾਂ ਆ ਜਾਏ ਕਿ ਇਹ ਸਮਝਦਾਰੀ ਹੈ। ਸਵਾਲ ਪਹਿਲਾਂ ਵੀ ਉੱਠਦੇ ਰਹੇ ਨੇ, ਪਹਿਲੀ ਵਾਰ ਨਹੀਂ, ਪਹਿਲਾਂ ਵੀ ਸਵਾਲ ਉੱਠਦੇ ਰਹੇ ਨੇ ਕਿ ਚਲਾਉਂਦਾ ਕੌਣ, ਸੂਬੇ ਨੂੰ ਕੌਣ ਚਲਾਉਂਦਾ, ਸਰਕਾਰ ਚਲਾਉਂਦੀ ਹੈ ਜਾਂ ਅਫਸਰਸ਼ਾਹੀ ਚਲਾਉਂਦੀ ਹੈਗੀ ਹੈ। ਸੋ ਅੱਜ ਦਾ ਇਹ ਜਿਹੜਾ ਸਵਾਲ ਹੈ ਇਹ ਅੱਜ ਦੂਰ ਤੱਕ ਜਾਏਗਾ, ਕਿਉਂਕਿ ਜਵਾਬ ਦਿੰਦਿਆਂ ਵਕਤ ਕੁਝ ਇਤਿਹਾਸ ਦੇ ਕਿੱਸੇ ਵੀ ਫਰੋਲੇ ਜਾਣਗੇ ਤੇ ਅੱਜ ਜਿਹੜਾ 368 ਕਰੋੜ ਦੇ ਫਸੇ ਰਹਿਣ ਦੀ ਗੱਲ ਆ ਰਹੀ ਹੈ ਸਾਹਮਣੇ, ਜਿਹੜੇ ਟਾਰਗੇਟਸ ਨਾ ਮੀਟ ਕਰਨ ਦੀ ਗੱਲ ਆ ਰਹੀ ਹੈ ਤੇ ਜਿਹੜੀ ਈਗੋ ਤਲਖੀ ਹੈ ਉਸ ਤੇ ਵੀ ਗੱਲ ਜਿਹੜੀ ਹੋਣੀ ਹੈਗੀ ਹੈ। ਤੇ ਸਾਡੇ ਨਾਲ ਇਸ ਬਾਰੇ ਡਿਸਕਸ਼ਨ ਕਰਨ ਲਈ ਹਾਜ਼ਰ ਨੇ ਸੀਨੀਅਰ ਜਰਨਲਿਸਟ ਰਵਿੰਦਰ ਅਰੋੜਾ। ਬਹੁਤ ਬਹੁਤ ਸਵਾਗਤ ਕਰਨੇ ਇਹਨਾਂ ਨਾਲ, ਬਹੁਤ ਬਹੁਤ ਸਵਾਗਤ। ਥੈਂਕ ਯੂ ਮਨੀਤ ਜੀ। ਰਵਿੰਦਰ ਜੀ, ਸਾਰਾ ਕੁਝ ਜਿਹੜਾ ਹੈ, ਕਿਉਂਕਿ ਮੈਨੂੰ ਕੋਈ ਹੋਰ ਗੈਸਟ ਹੋਵੇ ਤਾਂ ਮੈਨੂੰ ਸਮਝਾਉਣ ਦੀ ਲੋੜ ਪਵੇ, ਸਾਰਾ ਕੁਝ ਜਿਹੜਾ ਹੈ ਉਹ ਸਾਹਮਣੇ ਹੈਗਾ। ਇਸ ਦਰਮਿਆਨ ਮਤਲਬ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸਵਾਲ ਇਹੀ ਉੱਠਦਾ ਹੈਗਾ ਕਿ ਜਦੋਂ ਅਸੀਂ ਤਲਖੀ ਦੇ ਮੋੜ ਵਿੱਚ ਆ ਜਾਵਾਂਗੇ। ਹੁਣ ਸੁਖਬੀਰ ਸਿੰਘ ਬਾਦਲ ਦੀ ਜਦੋਂ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਇੱਕ ਮੁੱਖ ਸਕੱਤਰ ਜਿਹੜਾ ਹੈ ਉਹ ਉਹਨਾਂ ਨੂੰ ਤਸਵੀਰ ਦਿਖਾ ਦਿੰਦਾ ਹੈ ਕਿ ਜਿਹੜਾ ਕਹਿੰਦੇ ਟਾਰਗੇਟਸ ਮੀਟ ਨਹੀਂ ਹੁੰਦੇ, ਉਹ ਕਹਿ ਦਿੰਦਾ ਕਿ ਵੀ ਟਾਰਗੇਟਸ ਤਾਂ ਨਹੀਂ ਮੀਟ ਹੁੰਦੇ ਜਿਹੜੀ ਬੈਕਡੋਰ ਐਂਟਰੀਜ਼ ਹੁੰਦੀਆਂ ਉਸ ਕਰਕੇ ਮੀਟ ਨਹੀਂ ਹੁੰਦੇ, ਟਾਰਗੇਟਸ ਤਾਂ ਮੀਟ ਨਹੀਂ ਹੁੰਦੇ ਕਿ ਅਸੀਂ ਟਰਾਂਸਪੇਰੈਂਟ ਨਹੀਂ ਚੱਲ ਰਹੇ ਤਾਂ ਕਰਕੇ ਮੀਟ ਨਹੀਂ ਹੁੰਦੇ। ਉਹ ਸਾਫ਼-ਸਾਫ਼ ਚਿਹਰਾ ਦਿਖਾ ਦਿੰਦਾ ਗਟਸ ਦੇ ਨਾਲ ਤੇ ਅੱਜ ਜਿਹੜਾ ਹੈ ਉਸ ਕੋਲ ਉਸ ਦਾ ਅਹੁਦਾ ਹੀ ਲੈ ਲਿਆ ਜਾਂਦਾ ਹੈ। ਦੂਜੇ ਪਾਸੇ ਹੋਰ ਲੀਡਰਸ ਜਿਹੜੇ ਨੇ ਉਹ ਆ ਕੇ ਖੜੇ ਹੋ ਜਾਂਦੇ ਨੇ, ਚਾਹੇ ਉਹ ਰਾਜਾ ਵੜਿੰਗ ਹੋਣ, ਚਾਹੇ ਉਹ ਰਵਨੀਤ ਬਿੱਟੂ ਹੋਣ, ਵੱਖ-ਵੱਖ ਲੀਡਰਸ। ਹੁਣ ਰੰਧਾਵਾ ਦਾ ਵੀ ਟਵੀਟ ਆਉਂਦਾ ਹੈ ਕਿ ਅਸੀਂ ਨਾਲ ਆ ਕੈਪਟਨ ਸਾਹਿਬ ਨੂੰ ਪੂਰੀ ਦੀ ਪੂਰੀ ਟਾਰਗੇਟ ਪਾਲਿਸੀ ਆ, ਜਿਹੜੀ ਆਪਣੀ ਐਕਸਾਈਜ਼ ਪਾਲਿਸੀ ਆ, ਉਸ ਤੇ ਪੂਰਾ ਦਾ ਪੂਰਾ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ, ਇਨਕੁਆਇਰੀ ਹੋਣੀ ਚਾਹੀਦੀ ਹੈ। ਇਸ ਸਭ ਦੇ ਦਰਮਿਆਨ ਕੈਬਨਿਟ ਜਿੱਥੇ ਫੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਜੀਏ ਕਿੱਦਾਂ, ਅਸੀਂ ਮੌਤ ਦੇ ਮੂੰਹ ਚੋਂ ਕਿੱਦਾਂ ਬਾਹਰ ਆ ਜਾਈਏ, ਅਸੀਂ ਫਰੰਟ ਲਾਈਨਰਸ ਜਿਹੜੇ ਹੈਗੇ ਸਾਡੇ ਵਾਸਤੇ ਕੰਮ ਕਰ ਰਹੇ ਹੈ, ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਕੰਫਰਟੇਬਲ ਕਰੀਏ, ਅਸੀਂ ਇਹ ਦੇਖੀਏ ਕਿ ਅਸੀਂ ਮੁੱਖ ਸਕੱਤਰ ਦਾ ਅਹੁਦਾ ਲੈਣਾ, ਅਸੀਂ ਮੰਤਰੀਆਂ ਨੂੰ ਖੁਸ਼ ਰੱਖਣਾ। ਦੇਖੋ ਪੁਨੀਤ, ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਜਿਹੜਾ ਕੋਵਿਡ-19 ਦਾ ਜਿਹੜਾ ਮਾਹੌਲ ਚੱਲ ਰਿਹਾ, ਕੋਵਿਡ-19 ਨੂੰ ਲੈ ਕੇ ਜਿਹੜਾ ਲੋਕ ਪਰੇਸ਼ਾਨ ਨੇ, ਹਰ ਪਾਸੇ ਕਰੋਨਾ ਨੂੰ ਲੈ ਕੇ ਇੱਕ ਦਹਿਸ਼ਤ ਦਾ ਮਾਹੌਲ ਹੈ, ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲ ਪਾ ਰਹੇ, ਕਰਫਿਊ ਹੈ, ਕਿਤੇ ਲਾਕਡਾਊਨ ਤੋਂ ਬਾਅਦ ਕਿਤੇ ਰਿਲੈਕਸੇਸ਼ਨ ਵੀ ਦਿੱਤੀ ਜਾਂਦੀ ਹੈ ਤਾਂ ਲੋਕ ਉੱਥੇ ਵੀ ਘਰੋਂ ਬਾਹਰ ਨਿਕਲਣ ਤੋਂ ਥੋੜਾ ਜਿਹਾ ਪਰਹੇਜ਼ ਕਰਦੇ ਨੇ ਕਿ ਕਿਤੇ ਨਾ ਕਿਤੇ ਉਹ ਬਿਮਾਰੀ ਦੀ ਚਪੇਟ ਵਿੱਚ ਨਾ ਆ ਜਾਣ। ਲੋਕਾਂ ਦੇ ਮਨ ਦੇ ਵਿੱਚ ਸਹਿਮ ਦਾ ਮਾਹੌਲ ਹੈ, ਪਰ ਜਿਹੜੇ ਪੰਜਾਬ ਦੇ ਸਿਆਸੀ ਜਿਹੜੇ ਸਾਡੇ ਆਗੂ ਨੇ ਉਹਨਾਂ ਦੇ ਮਨ ਦੇ ਵਿੱਚ ਪਿਛਲੇ ਲਗਾਤਾਰ 3 ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਰਿਜ਼ੈਂਟਮੈਂਟ ਸੀ, ਉਹਨਾਂ ਨੂੰ ਕੱਢਣ ਦਾ, ਉਭਾਰਨ ਦਾ ਉਹਨਾਂ ਕੋਲ ਮੌਕਾ ਹਰ ਵੇਲੇ ਉਹ ਲੱਭਦੇ ਰਹਿੰਦੇ ਸਨ ਤਾਂ ਹਰ ਵੇਲੇ ਕਿਤੇ ਨਾ ਕਿਤੇ ਕੈਪਟਨ ਉਹਨਾਂ ਨੂੰ ਸ਼ਾਂਤ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਸਨ। ਇਸ ਵੇਲੇ ਇਸ ਵਾਰ ਜਿਹੜਾ ਇਹਨਾਂ ਦੀ ਮੀਟਿੰਗ, ਕੈਬਨਿਟ ਮੀਟਿੰਗ ਜਿਹੜੀ ਹੋਈ, ਉੱਥੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਦੇ ਨਾਲ ਪਹਿਲਾਂ ਚੰਨੀ ਸਾਹਿਬ ਦੀ ਕਿਸੇ ਗੱਲ ਨੂੰ ਲੈ ਕੇ ਥੋੜੀ ਜਿਹੀ ਤਕਰਾਰ ਹੋਈ, ਉਸ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਇਹਨੂੰ ਵਾਕਆਊਟ ਕੀਤਾ। ਇਹ ਜਿਹੜੇ ਸਿਆਸਤਦਾਨ ਸੀ ਇਹ ਪਹਿਲੇ ਤੋਂ ਇੱਕ ਮੌਕਾ ਭਾਲ ਰਹੇ ਸੀ ਕਿ ਅਸੀਂ ਕਿਤੇ ਨਾ ਕਿਤੇ ਜਿਹੜੇ ਸਾਡੇ ਆਫਿਸਰ, ਜਿਹੜੇ ਬਿਊਰੋਕਰੇਟਸ ਨੇ, ਜਿਹੜੇ ਸਾਡੇ ਤੇ ਕਾਫੀ ਹਾਵੀ ਰਹਿ ਰਹੇ ਨੇ, ਸੀਐਮ ਸਾਹਿਬ ਦੀ ਉਹਨਾਂ ਦੇ ਬਹੁਤ ਜ਼ਿਆਦਾ ਕੀ ਕਹਿੰਦੇ, ਸੀਐਮ ਦਾ ਪੂਰਾ ਆਸ਼ੀਰਵਾਦ ਹੈ ਬਿਊਰੋਕਰੇਟਸ ਦੇ ਨਾਲ, ਕਿਉਂਕਿ ਇਸ ਵੇਲੇ ਸੀਐਮ ਦਾ ਇੰਟਰਸਟ
ਪੰਜਾਬ ਦੇ ਹਿੱਤਾਂ ਨੂੰ ਨਾ ਲੈ ਕੇ ਸਿਰਫ ਉਹਨਾਂ ਦਾ ਜਿਹੜਾ ਇੰਟਰਸਟ ਹੈ ਬਿਊਰੋਕਰੇਟਸ ਦੇ ਹਿੱਤਾਂ ਵੱਲ ਹੀ ਹੈ। ਜੋ ਬਿਊਰੋਕਰੇਟਸ ਉਹਨੂੰ ਪਿਕਚਰ ਦਿਖਾਉਂਦੇ ਨੇ ਸੀਐਮ ਨੂੰ, ਉਹੀ ਉਹਨਾਂ ਨੂੰ ਅੱਗੇ ਫੋਲੋ ਕਰਦੇ ਨੇ। ਸੋ ਕਿਤੇ ਨਾ ਕਿਤੇ ਮੰਤਰੀਆਂ ਦੇ ਮਨ ਦੇ ਵਿੱਚ ਤੇ ਐਮਐਲਏਸ ਦੇ ਮਨ ਦੇ ਵਿੱਚ ਇਹ ਬਹੁਤ ਜ਼ਿਆਦਾ ਸੀ ਕਿ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਉਹਨਾਂ ਦੇ ਨਾਲ, ਕਿਉਂਕਿ ਪਬਲਿਕ ਦੇ ਵਿੱਚ ਇਹਨਾਂ ਨੇ ਵਿਚਰਨਾ, ਬਿਊਰੋਕਰੇਟਸ ਨੇ ਨਹੀਂ ਜਾਣਾ, ਵੋਟਾਂ ਇਹਨਾਂ ਨੇ ਮੰਗਣੀਆਂ, ਬਿਊਰੋਕਰੇਟਸ ਨੇ ਨਹੀਂ ਮੰਗਣੀਆਂ। ਇਸ ਨੂੰ ਲੈ ਕੇ ਇਹਨਾਂ ਦੇ ਮਨ ਦੇ ਵਿੱਚ ਬਹੁਤ ਗੁੱਸਾ ਸੀ ਤੇ ਇਹਨਾਂ ਨੇ ਹੁਣ ਮੌਕਾ ਨਹੀਂ ਵੇਖਿਆ। ਬੇਸ਼ੱਕ ਲੋਕ ਕਰੋਨਾ ਤੋਂ ਦੁਖੀ ਨੇ, ਪਰ ਇਹਨਾਂ ਦੇ ਲਈ ਇੱਕ ਦੂਸਰਾ ਸਵਾਲ ਇਹ ਸੀ ਬਿਊਰੋਕਰੇਟਸ ਦੇ ਸਾਹਮਣੇ, ਜਦੋਂ ਬਿਊਰੋਕਰੇਟਸ ਨੂੰ ਜਦੋਂ ਆਪਣੀ ਗੱਲ ਰੱਖਦੇ ਸਨ, ਬਿਊਰੋਕਰੇਟਸ ਇਹਨਾਂ ਦੀ ਗੱਲ ਨਹੀਂ ਪੂਰੀ ਸੁਣਦੇ ਸਨ। ਉਸ ਤੋਂ ਬਾਅਦ ਇਹਨਾਂ ਨੇ ਮੌਕਾ ਨਹੀਂ ਦੇਖਿਆ, ਚਾਹੇ ਕਰੋਨਾ ਨਾਲ ਲੋਕ ਪਰੇਸ਼ਾਨ ਨੇ, ਇਹਨਾਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਔਰ ਇਹ ਗੁੱਸਾ ਇੰਨਾ ਪਬਲਿਕਲੀ ਜ਼ਾਹਿਰ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਹੈਗੇ ਨੇ ਸੁਨੀਲ ਜਾਖੜ ਵੀ ਦੇ ਵਿੱਚ ਆਏ, ਐਮਐਲਏਜ਼, ਐਮਪੀਜ਼, ਹੋਰ ਵੀ ਸਾਰਿਆਂ ਨੇ ਜਾਂ ਜਿਹੜੇ ਮਿਨਿਸਟਰ ਸੀ ਇਹਨਾਂ ਨੇ ਆਪਦੀ ਇੱਕ ਯੂਨਿਟੀ ਬਣਾ ਕੇ ਇੱਕ ਮਤਾ ਵੀ ਪਾਸ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਇਹਦੇ ਤੇ ਕੋਈ ਨਾ ਕੋਈ ਫੈਸਲਾ ਲੈਣ। ਕੈਪਟਨ ਨੇ ਵੀ ਉਸ ਤੋਂ ਬਾਅਦ ਇੱਕ ਆਈ ਵਾਸ਼ ਕਰਦੇ ਆ, ਮਤਲਬ ਕਿ ਜਿਹੜਾ ਇਹਨਾਂ ਨੇ ਕੈਪਟਨ ਨੇ ਜਿਹੜਾ ਚਾਰਜ ਵਾਪਸ ਲਿਆ ਕਰਨ ਅਵਤਾਰ ਸਿੰਘ ਕੋਲੋਂ ਐਕਸਾਈਜ਼ ਔਰ ਟੈਕਸੇਸ਼ਨ ਦਾ, ਆਬਕਾਰੀ ਦਾ ਜਿਹੜਾ ਚਾਰਜ ਵਾਪਸ ਲਿਆ, ਇਟ ਇਜ਼ ਜਸਟ ਐਨ ਆਈ ਵਾਸ਼। ਉਹਨਾਂ ਕੋਲੋਂ ਚਾਰਜ ਲੈ ਕੇ ਇੱਕ ਦੂਸਰੇ ਅਧਿਕਾਰੀ ਨੂੰ ਦਿੱਤਾ ਗਿਆ, ਇਹ ਮੈਨੂੰ ਪ੍ਰਸਾਦ, ਜਿਹੜੀ ਕਿ ਹਲੇ ਛੁੱਟੀ ਤੇ ਨੇ, 20 ਤਰੀਕ ਤੋਂ ਬਾਅਦ ਉਹਨਾਂ ਨੇ ਜੁਆਇਨ ਕਰਨਾ। ਉਦੋਂ ਤੱਕ ਉਹ ਜਿਹੜਾ ਚਾਰਜ ਹੈ ਟੈਂਪਰੇਰੀ ਅਨਿਰੁੱਧ ਤਿਵਾਰੀ ਕੋਲ ਰਹੇਗਾ। ਸੋ ਕਿਤੇ ਨਾ ਕਿਤੇ ਇਹਨੂੰ ਚਲਾਣਗੇ ਤਾਂ ਚੀਫ ਸੈਕਟਰੀ ਜਿਹੜੇ ਕਰਨ ਅਵਤਾਰ ਸਿੰਘ ਉਹੀ ਹਾਲ ਫਿਲਹਾਲ ਉਹੀ ਇਹਦੇ ਵਿੱਚ ਕੋਈ ਨਾ ਕੋਈ ਹੁਕਮ ਜਾਰੀ ਕਰਨਗੇ, ਤਾਂ ਜੋ ਅਨਿਰੁੱਧ ਤਿਵਾਰੀ ਉਹਨਾਂ ਦਾ ਇੱਕ ਮਤਲਬ ਜ਼ਰੀਆ ਬਣ ਕੇ ਉਸ ਨੂੰ ਅੱਗੇ ਪਾਸ ਕਰਕੇ ਅੱਗੇ ਭੇਜਣਗੇ, ਉਹ ਹੁਕਮ ਦੇਣਗੇ। ਇੱਥੇ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਸਰਕਾਰ ਚਲਾਉਣ ਦਾ ਜਿਹੜਾ ਤਰੀਕਾ ਹੈ ਉਹ 2002 ਤੋਂ 2007 ਦੀ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਟੈਨਿਓਰ ਦੀ, ਉਦੋਂ ਵੀ ਬਹੁਤ ਮਤਲਬ ਚਰਚਾ ਦੇ ਵਿੱਚ ਰਿਹਾ। ਉਸ ਵੇਲੇ ਡਿਪਟੀ ਚੀਫ ਮਿਨਿਸਟਰ ਸੀ ਰਜਿੰਦਰ ਕੌਰ ਭੱਠਲ, ਉਹਨਾਂ ਨੇ ਤੇ ਕੁਝ ਹੋਰ ਮੰਤਰੀਆਂ ਨੇ ਕੈਪਟਨ ਦੇ ਖਿਲਾਫ ਬਗਾਵਤ ਦਾ ਸੁਰ ਜਿਹੜਾ ਬੁਲੰਦ ਕੀਤਾ ਸੀ ਕਿ ਕੈਪਟਨ ਨੂੰ ਬਦਲਿਆ ਜਾਵੇ, ਕਿਉਂਕਿ ਬਿਊਰੋਕ੍ਰੇਸੀ ਦੇ ਹੱਥੇ ਚੜ ਕੇ ਉਹਨਾਂ ਦੀ ਸੁਣਵਾਈ ਨਹੀਂ ਹੋਣ ਦੇ ਰਹੇ, ਬਿਊਰੋਕਰੇਟਸ ਹਾਵੀ ਹੋ ਰਹੇ ਨੇ। ਸੋ ਉਹੀ ਮੁੱਦਾ ਹੁਣ ਜਦੋਂ 2017 ਤੋਂ ਬਾਅਦ ਕੈਪਟਨ ਦੀ ਗਵਰਨਮੈਂਟ ਆਈ ਹੈ, ਕਿਤੇ ਨਾ ਕਿਤੇ ਅੱਜ ਇਹ ਪਹਿਲਾ ਚਾਂਸ ਨਹੀਂ ਹੈ ਕਿ ਬਿਊਰੋਕਰੇਟਸ ਦੇ ਖਿਲਾਫ ਇਹਨਾਂ ਦੇ ਸਿਆਸੀ ਜਿਹੜੇ ਆਗੂ ਨੇ ਜਾਂ ਮੰਤਰੀ ਨੇ ਜਾਂ ਐਮਐਲਏਜ਼ ਨੇ ਉਹਨਾਂ ਨੇ ਆਵਾਜ਼ ਚੱਕੀ ਹੈ। ਪਹਿਲੇ ਵੀ ਇਹ ਆਵਾਜ਼ ਬੁਲੰਦ ਹੁੰਦੀ ਰਹੀ ਹੈ, ਲੇਕਿਨ ਪਹਿਲੇ ਕਿਤੇ ਨਾ ਕਿਤੇ ਕੈਪਟਨ ਸਾਹਿਬ ਇਸ ਨੂੰ ਸ਼ਾਂਤ ਕਰਨ ਦੇ ਵਿੱਚ ਕਾਮਯਾਬ ਹੁੰਦੇ ਸਨ। ਹੁਣ ਕਿਉਂਕਿ ਕੈਪਟਨ ਆਪਣੇ ਫਾਰਮ ਹਾਊਸ ਤੋਂ ਸਰਕਾਰ ਚਲਾ ਰਹੇ ਨੇ, ਬਿਊਰੋਕਰੇਟਸ ਉਹਨਾਂ ਨੂੰ ਉੱਥੇ ਜਾ ਕੇ ਜੋ ਫੀਡ ਕਰਦੇ ਨੇ ਉਹਨੂੰ ਅੱਗੇ ਹੁਕਮ ਦੇ ਤੌਰ ਤੇ ਜਾਰੀ ਕਰ ਦਿੱਤਾ ਜਾਂਦਾ ਹੈ। ਤੇ ਇਹ ਜਿਹੜੇ ਸਿਆਸੀ ਇਹਨਾਂ ਦੇ ਆਗੂ ਸੀ, ਜਿਹੜੇ ਇਹਨਾਂ ਦੇ ਸਹਿਯੋਗੀ ਸੀ ਕੈਬਨਿਟ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਇਸ ਨੂੰ ਲੈ ਕੇ ਰੋਜ਼ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਉਹਨਾਂ ਨੇ ਆਪਣਾ ਇਹ ਜਿਹੜਾ ਬਗਾਵਤੀ ਸੁਰ ਉਹਨਾਂ ਨੇ ਦੁਆਰਾ ਆਪਣੇ ਬੁਲੰਦ ਕੀਤੇ। ਜੀ ਰਵਿੰਦਰ ਜੀ, ਹੁਣ ਮਤਲਬ ਇਹ ਗੱਲ ਜਿਵੇਂ ਤੁਸੀਂ ਕਿਹਾ, ਪਿੱਛੇ ਜਦੋਂ ਦੂਜੀ ਵਾਰ ਕੈਪਟਨ ਸਰਕਾਰ ਜਦੋਂ ਦੂਜੀ ਵਾਰੇ ਆਏ ਸੀਗੇ ਤਾਂ ਵੀ ਮੋਗਾ ਤੋਂ ਇੱਕ ਮੰਤਰੀ ਨੇ ਸਾਫ਼ ਅੱਗੇ ਆ ਕੇ ਕਿਹਾ ਸੀ ਕਿ ਡੀਸੀ ਦਾ ਸਾਡੀ ਸੁਣਦੇ ਨਹੀਂ, ਵਿਰੋਧੀ ਜਿਹੜੇ ਨੇ ਉਹ ਆਉਂਦੇ ਨੇ ਚਾਹ ਪਾਣੀ ਪੀ ਕੇ ਚਲ ਜਾਂਦੇ ਨੇ, ਸਾਡੀ ਤਾਂ ਸੁਣਦੇ ਨਹੀਂ। ਉਸ ਤੋਂ ਬਾਅਦ 2 ਮੰਤਰੀ ਹੋਰ ਜਿਹੜੇ ਸਨ ਉਹ ਸਾਹਮਣੇ ਆਏ ਸਨ। ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਹ ਗੱਲ ਜਿਹੜੀ ਹੈ ਇਹ ਤਾਂ ਮਤਲਬ ਇਹ ਹੁੰਦੀ ਰਹੀ ਹੈ। ਹੁਣ ਗੱਲ ਇਹ ਹੈ ਕਿ ਜਦੋਂ ਅਸੀਂ ਕਿਸੇ ਵੀ ਪਾਲਿਸੀ ਦੀ ਗੱਲ ਕਰਦੇ ਹਾਂ, ਪਾਲਿਸੀਜ਼ ਮਿਨਿਸਟਰ ਲੈਵਲ ਤੇ ਬਣਦੀਆਂ ਹੈਗੀਆਂ, ਉਹਨਾਂ ਦਾ ਕੰਮ ਹੈ। ਅਫਸਰਸ਼ਾਹੀ ਦਾ ਕੰਮ ਇਹ ਹੈ ਕਿ ਉਹ ਉਸ ਨੂੰ ਇੰਪਲੀਮੈਂਟ ਕਰਨ, ਉਹ ਉਸ ਨੂੰ ਅੱਗੇ ਤੱਕ ਲੈ ਕੇ ਜਾਣ। ਪਰ ਹੁਣ ਤਲਖੀ ਇੱਥੇ ਬਣੀ ਕਿ ਜਦ ਜਿਵੇਂ ਇਹਨਾਂ ਨੇ ਅਵਤਾਰ ਨੇ ਕਹਿ ਦਿੱਤਾ ਕਿ ਆਹ ਦੇਖੋ ਜੀ ਆਹ ਪਾਲਿਸੀ ਹੈ, ਇਸ ਤਰ੍ਹਾਂ ਕੰਮ ਹੋਏਗਾ, ਇਸ ਤਰ੍ਹਾਂ ਚੱਲੇਗਾ। ਹੁਣ ਕੈਪਟਨ ਸਾਹਿਬ ਦੇ ਨਜ਼ਦੀਕੀ ਨੇ, ਇਸ 'ਚ ਕੋਈ ਸ਼ੱਕ ਨਹੀਂ, ਕੈਪਟਨ ਸਾਹਿਬ ਦੇ ਨਜ਼ਦੀਕੀ ਨੇ। ਹੁਣ ਜਦ ਮਿਨਿਸਟਰਸ ਨੂੰ ਕੋਈ ਇਹ ਦੱਸੇਗਾ ਕਿ ਇਹ ਪਾਲਿਸੀ ਜਿਹੜੀ ਹੈ ਇਹ ਇਦਾਂ ਹੈ, ਇਦਾਂ ਸਾਡੇ ਕੋਲ ਰੈਵਨਿਊ ਆਏਗਾ, ਇਸ ਤਰ੍ਹਾਂ ਚੱਲੇਗੀ, ਤਾਂ ਮਿਨਿਸਟਰ ਕਹਿਣਗੇ ਕਿ ਬਈ ਤੁਸੀਂ ਦੱਸੋ ਕਿ ਬਈ ਇਹ ਸਾਡਾ ਕੰਮ ਹੈ ਕਿ ਤੁਹਾਡਾ ਕੰਮ ਹੈ? ਤੁਹਾਡਾ ਕੰਮ ਹੈ ਇੰਪਲੀਮੈਂਟੇਸ਼ਨ ਕਰਨਾ, ਸਾਡਾ ਕੰਮ ਹੈ ਪਾਲਿਸੀ ਬਣਾਉਣਾ। ਤੁਸੀਂ ਕੌਣ ਹੋ ਜਿਹੜੇ ਕਿ ਵਿੱਚ ਤੁਸੀਂ ਇਸ 'ਚ ਆ ਰਹੇ ਹੋ? ਦੂਸਰੀ ਗੱਲ ਜਿਹੜੀ ਮੇਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਹ ਅੱਜ ਦਾ ਨਹੀਂ ਹੋ ਰਿਹਾ। ਜਿਹੜੇ ਬਿਊਰੋਕਰੈਟਸ ਨੇ ਉਹ ਪਾਲਿਸੀਜ਼ ਨੂੰ ਸਮਝਦੇ ਨੇ, ਪੜ੍ਹੇ ਲਿਖੇ ਲੋਕ ਨੇ, ਉਹਨਾਂ ਨੂੰ ਗੱਲ ਜਿਹੜੀ ਆ ਸਮਝ ਆਉਂਦੀ ਹੈ ਕਿ ਉਹੀ ਚੀਜ਼ਾਂ ਜਿਹੜੀਆਂ ਨੇ ਮੰਤਰੀ ਜਿਹੜੇ ਕਿ ਇਹ ਉਲਟਾ ਹੋਣਾ ਚਾਹੀਦਾ, ਮੰਤਰੀ ਅੱਗੋਂ ਇੰਪਲੀਮੈਂਟ ਕਰਦੇ ਆ ਕਿ ਇਹ ਚੀਜ਼ਾਂ ਜਿਹੜੀਆਂ ਇਹ ਇਸ ਤਰ੍ਹਾਂ ਨਾਲ ਕਰੋ। ਇਹ ਅਕਸਰ ਕਿਉਂਕਿ ਇਹ ਆਪਸ 'ਚ ਇਹਨੂੰ ਆਪਾਂ ਨੈਕਸਸ ਨਹੀਂ ਕਹਿ ਸਕਦੇ, ਨੈਕਸਸ ਨੈਗੇਟਿਵ ਵਰਡ ਹੈ, ਪਰ ਅਸੀਂ ਕਹਿ ਸਕਦੇ ਕਿ ਆਪਸ 'ਚ ਕੋਆਰਡੀਨੇਸ਼ਨ ਨਾਲ ਇਹ ਜਿਹੜਾ ਹੈ ਇਹ ਸਾਰਾ ਕੁਝ ਹੁੰਦਾ ਹੈਗਾ। ਹੁਣ ਮੰਤਰੀ ਜੇ ਆਪ ਉਹਨੇ ਜੋਗਾ ਹੋਏ, ਉਹਨੂੰ ਕੀ ਲੋੜ ਆ ਕਿ ਉਹ ਅਫਸਰ ਦੀ ਗੱਲ ਜਿਹੜੀ ਹੈ ਉਹ ਸੁਣੇ। ਮੰਤਰੀ ਜੇ ਇੰਨੇ ਜੋਗਾ ਹੋਏ, ਇੰਨੀ ਉਹਦੇ ਕੋਲ ਐਜੂਕੇਸ਼ਨ ਹੋਏ, ਮਾਮਲਿਆਂ ਨੂੰ, ਸਿਆਸੀ ਮਾਮਲਿਆਂ ਨੂੰ ਸਮਝਣ ਦਾ, ਵਿਕਾਸ ਦੇ ਮਾਮਲਿਆਂ ਨੂੰ ਸਮਝਣ ਦਾ, ਪਾਲਿਸੀਜ਼ ਨੂੰ ਸਮਝਣ ਦਾ ਜੇ ਉਹ ਮਾਦਾ ਰੱਖਦਾ ਹੋਏ ਤਾਂ ਉਸਨੂੰ ਲੋੜ ਹੀ ਨਹੀਂ ਕਿ ਕੋਈ ਅਫਸਰ ਦੀ ਇੰਨੀ ਗੱਲ ਸੁਣ ਲੇ। ਸੋ ਕਿਤੇ ਨਾ ਕਿਤੇ ਇਹ ਵੈਕਿਊਮ ਜਿਹੜਾ ਹੈ ਅਕਸਰ ਪੰਜਾਬ ਦੇ ਵਿੱਚ ਨਜ਼ਰ ਆਉਂਦਾ ਸਰਕਾਰ ਦੇ। ਦੇਖੋ ਇੱਥੇ 2 ਚੀਜ਼ਾਂ ਨੇ। ਜਿਹੜਾ ਇਹ ਲੇਟੈਸਟ ਜਿਹੜਾ ਇਸ਼ੂ ਹੋਇਆ ਕਰਨ ਅਵਤਾਰ ਸਿੰਘ ਤੇ ਦੂਸਰੇ ਮੰਤਰੀਆਂ ਦੀ ਜਿਹੜੀ ਖਿੱਚਤਾਣ ਆਪਸ ਵਿੱਚ ਹੋਈ ਹੈ, ਇਸ ਦੇ ਵਿੱਚ ਜਿਹੜਾ ਦਬੀ ਜ਼ਬਾਨ ਦੇ ਵਿੱਚ ਕੁਝ ਕਾਂਗਰਸੀ ਇਹਦੇ ਵਿੱਚ ਕੁਝ ਨਾ ਕੁਝ ਚੀਫ ਸੈਕਟਰੀ ਵੱਲੋਂ ਕਿਸੇ ਪ੍ਰਾਈਵੇਟ ਠੇਕੇਦਾਰ ਨੂੰ, ਜੋ ਕਿ ਉਹਨਾਂ ਦਾ ਕਾਫੀ ਨਜ਼ਦੀਕੀ ਦੱਸਿਆ ਜਾਂਦਾ, ਉਸ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਸ ਤਰ੍ਹਾਂ ਦੀ ਪਾਲਿਸੀ ਨੂੰ ਤਿਆਰ ਕਰਨ ਦਾ ਇੱਕ ਐਲੀਗੇਸ਼ਨ ਲਗਾ ਰਹੇ ਨੇ। ਹਾਲਾਂਕਿ ਉਹਨਾਂ ਨੇ
ਕਈ ਥਾਵਾਂ ਤੇ ਕਿਸੇ ਪਲੇਟਫਾਰਮ ਤੇ ਉਸ ਬੰਦੇ ਦਾ ਨਾਮ ਵੀ ਲਿਆ ਜਿਸ ਨੂੰ ਫਾਇਦਾ ਦੇਣਾ ਚਾਹ ਰਹੇ ਸਨ ਚੀਫ ਸੈਕਟਰੀ। ਲੇਕਿਨ ਬਾਵਜੂਦ ਇਹਦੇ ਜਿਹੜੀ ਤੁਸੀਂ ਗੱਲ ਕੀ ਹੈ ਕਿ ਮੰਤਰੀਆਂ ਔਰ ਅਫਸਰਾਂ ਦੇ ਵਿੱਚ ਕੋਆਰਡੀਨੇਸ਼ਨ ਦੀ ਕਮੀ ਬਿਲਕੁਲ ਹੈ, ਸਾਰਿਆਂ ਨੂੰ ਨਜ਼ਰ ਆ ਰਿਹਾ। ਇਹ ਅੱਜ ਨਹੀਂ, ਅੱਜ ਤੋਂ ਕੁਝ ਮਹੀਨੇ ਪਹਿਲੇ ਵੀ ਬਗਾਵਤ ਦੇ ਸੁਰ ਉੱਠੇ। ਕੈਪਟਨ ਨੂੰ ਕਈ ਵਾਰੀ ਕੰਪਲੇਂਟ ਵੀ ਪਹੁੰਚਦੀ ਹੈ ਮੰਤਰੀਆਂ ਵੱਲੋਂ ਕਿ ਸਾਡੀ ਅਫਸਰ ਸੁਣਵਾਈ ਨਹੀਂ ਕਰਦੇ। ਜੇ ਤੁਸੀਂ ਓਪੀ ਸੋਨੀ ਨੂੰ ਲੈ ਲਓ, ਓਪੀ ਸੋਨੀ ਨੇ ਆਪਣੇ ਜਿਹੜੇ ਸਿੱਖਿਆ ਸਕੱਤਰ ਨੇ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਹੋਇਆ ਉਸ ਤੋਂ ਬਾਅਦ ਰਿਜ਼ਲਟ ਇਹ ਨਿਕਲਿਆ ਕਿ ਜਿਹੜੇ ਬਿਊਰੋਕਰੇਟ ਸੀ ਉਹ ਹਾਵੀ ਰਹੇ। ਕ੍ਰਿਸ਼ਨ ਕੁਮਾਰ ਉੱਥੇ ਸਿੱਖਿਆ ਸਕੱਤਰ ਦੇ ਤੌਰ ਤੇ ਕੰਮ ਕਰ ਰਹੇ ਨੇ, ਜਦਕਿ ਮਿਨਿਸਟਰ ਬਦਲ ਦਿੱਤੇ ਗਏ। ਉਹਨਾਂ ਦੀ ਜਗ੍ਹਾ ਵਿਜੇਂਦਰ ਸਿੰਗਲਾ ਨੂੰ ਲਿਆਂਦਾ ਗਿਆ। ਸੋ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਬਿਊਰੋਕ੍ਰੇਸੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਹਮੇਸ਼ਾ ਹਾਵੀ ਰਹੀ ਹੈ। ਜਦੋਂ ਵੀ ਕੈਪਟਨ ਦੀ ਗਵਰਨਮੈਂਟ ਆਈ ਹੈ 2002 ਤੋਂ 2007 ਜਾਂ ਹੁਣ 2017 ਤੋਂ ਹੁਣ ਤੱਕ, ਇਹੀ ਕਿਹਾ ਜਾਂਦਾ ਹੈ ਕਿ ਹੁਣ ਜਿਹੜੀ ਇਹ ਸਰਕਾਰ ਹੈ ਬਿਊਰੋਕਰੇਟਸ ਦੀ ਆ ਗਈ, ਕਾਂਗਰਸ ਦੀ ਨਹੀਂ ਹੈ। ਕਿਉਂਕਿ ਕੈਪਟਨ ਬਿਊਰੋਕਰੇਟਸ ਨੂੰ ਪੂਰੀ ਖੁੱਲੀ ਛੂਟ ਦਿੰਦੇ ਨੇ ਕਿ ਤੁਸੀਂ ਜੋ ਮਰਜ਼ੀ ਕਰੋ, ਮੈਨੂੰ ਰਿਜ਼ਲਟ ਚਾਹੀਦੇ ਨੇ। ਉਹ ਉਹਦੇ ਵਿੱਚ ਕਿਸੇ ਤਰ੍ਹਾਂ ਦੇ ਇੰਟਰਫੇਅਰ ਜੇ ਕੋਈ ਕਰਦਾ ਹੈ ਤੁਸੀਂ ਬਰਦਾਸ਼ਤ ਨਾ ਕਰੋ। ਜਦ ਤੱਕ ਉਹਨਾਂ ਨੂੰ ਹੁਕਮ ਉੱਪਰੋਂ ਸੀਐਮ ਦਾ ਹੀ ਆ ਜਾਂਦਾ ਬਿਊਰੋਕਰੇਟਸ ਦਾ, ਫਿਰ ਉਹਨਾਂ ਨੇ ਥੋੜੀ ਬਹੁਤ ਆਪਣੀ ਮਨਮਰਜ਼ੀ ਕਰਨੀ ਹੁੰਦੀ ਹੈ। ਪਾਲਿਸੀ ਮੇਕਰ ਨੇ ਫਿਰ ਕਿਤੇ ਨਾ ਕਿਤੇ ਕੋਆਰਡੀਨੇਸ਼ਨ ਦੀ ਕਮੀ ਆ ਜਾਂਦੀ ਹੈ। ਇੱਕ ਐਟੀਟਿਊਡ ਆ ਜਾਂਦਾ ਕਿ ਸਾਡੇ ਬੌਸ ਦਾ ਸਾਡੇ ਤੇ ਹੱਥ ਹੈ, ਸਾਨੂੰ ਕਿਸੇ ਦੀ ਕੀ ਪਰਵਾਹ। ਸੋ ਇਸ ਤਰ੍ਹਾਂ ਕਰਕੇ ਇਹਨਾਂ ਦਾ ਕੋਆਰਡੀਨੇਸ਼ਨ ਦੇ ਵਿੱਚ ਕਮੀ ਰਹਿ ਜਾਂਦੀ ਹੈ, ਜਿਸ ਨੂੰ ਲੈ ਕੇ ਇਸ ਵਾਰ ਜਿਹੜਾ ਭਾਂਬੜ ਬਹੁਤ ਜ਼ਿਆਦਾ ਮਚ ਗਿਆ ਔਰ ਇਸ ਵਾਰ ਇਹ ਜਿਹੜਾ ਪਬਲਿਕ ਪਲੇਟਫਾਰਮ ਤੇ ਬਹੁਤ ਜ਼ਿਆਦਾ ਗੱਲ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੀ ਹੁਣ ਇੱਥੇ ਟਾਰਗੇਟਸ ਮੀਟ ਕਰਨ ਦੀ ਗੱਲ ਆਈ, ਹੁਣ ਜਿੱਥੇ ਠੇਕੇਦਾਰ ਦੀ ਗੱਲ ਆਈ ਹੈ ਉੱਥੇ ਇਲਜ਼ਾਮ ਜਿਹੜੇ ਨੇ ਹੁਣ ਕਰਨ ਅਵਤਾਰ ਸਿੰਘ ਤੇ ਵੀ ਲੱਗ ਰਹੇ ਨੇ ਕਿ ਉਹਨਾਂ ਦਾ ਆਪ ਦਾ ਬੇਟਾ ਜਿਹੜਾ ਹੈ ਉਹਦਾ ਜਿਹੜਾ ਤਾਲੁਕ ਜਿਹੜਾ ਸਿੱਧਾ ਤਾਲੁਕ ਹੈਗਾ ਉਸ ਦੇ ਨਾਲ, ਠੀਕ ਹੈ। ਹਾਲਾਂਕਿ ਉਹਨਾਂ ਨੇ ਕਿਸੇ ਵੀ ਤਾਲੁਕ ਤੋਂ ਮਨਾ ਕਰ ਦਿੱਤਾ ਕਿ ਮੇਰੇ ਬੇਟੇ ਦਾ ਕੋਈ ਤਾਲੁਕ ਨਹੀਂ, ਮੇਰੇ ਬੇਟੇ ਨੂੰ ਕੋਈ ਫਾਇਦਾ ਨਹੀਂ ਮਿਲ ਰਿਹਾ, ਮੇਰੇ ਬੇਟੇ ਕੋਲ ਕੋਈ ਠੇਕੇ ਨਹੀਂ ਹੈਗੇ ਜਿਹੇ। ਉਹਨਾਂ ਨੇ ਸਾਫ਼-ਸਾਫ਼ ਇਹ ਗੱਲ ਮਨਾ ਕਰ ਦਿੱਤੀ ਹੈ। ਹੁਣ ਉਸ ਤੇ ਚਲੋ ਤਫਤੀਸ਼ ਦੀ ਗੱਲ ਆ ਹੀ ਰਹੀ ਹੈ। ਹੁਣ ਪੂਰਾ ਦਾ ਪੂਰਾ ਇਸ ਮਾਮਲੇ ਨੇ ਪੂਰੀ ਦੀ ਪੂਰੀ ਜਿਹੜੀ ਐਕਸਾਈਜ਼ ਪਾਲਿਸੀ ਹੈ, ਜਿਹੜਾ ਆਬਕਾਰੀ ਮਹਿਕਮਾ ਹੈ, ਉਹਨੂੰ ਉਸ ਤੇ ਕੁਐਸਚਨ ਮਾਰਕਸ ਲਗਾ ਦਿੱਤੇ ਨੇ। ਹੁਣ ਵੱਖ-ਵੱਖ ਟਵੀਟਸ ਆ ਰਹੇ ਨੇ, ਵੱਖ-ਵੱਖ ਇੰਟਰਵਿਊਜ਼ ਆ ਰਹੀਆਂ ਨੇ ਜਿਸ 'ਚ ਮੰਤਰੀ ਵੀ ਕਹਿ ਰਹੇ ਆ ਕਿ ਹਰ ਵਾਰ ਟਾਰਗੇਟ, ਇੱਕ ਵਾਰੀ ਟਾਰਗੇਟ ਨਾ ਮੀਟ ਹੋਇਆ ਸਮਝ ਆਉਂਦਾ, 2 ਵਾਰੀ ਟਾਰਗੇਟ ਨਾ ਮੀਟ ਹੋਇਆ ਸਮਝ ਆਉਂਦਾ ਹੈ। ਇਹ ਕਿਹੜਾ ਟਾਰਗੇਟ ਹੈ ਜਿਹੜਾ ਮੀਟ ਹੋਣ ਨੂੰ ਨਹੀਂ ਆਉਂਦਾ ਹੈਗਾ? ਮਤਲਬ ਪੰਜਾਬ ਦੀ ਪੋਲਿਟਿਕਸ ਇੱਥੇ ਸ਼ਰਾਬੀ ਹੋਈ ਫਿਰਦੀ ਹੈ ਫਿਲਹਾਲ। ਮਤਲਬ ਉਹਨਾਂ ਦਾ ਸਿਸਟਮ ਇਹ ਹੋਇਆ ਪਿਆ ਹੈ ਕਿ ਉਹ ਹੁਣ ਜਦੋਂ ਸਭ ਤੋਂ ਪਹਿਲਾਂ ਕੈਪਟਨ ਨੇ ਮੰਗ ਕਰ ਦਿੱਤੀ ਸੀ, ਅਮਿਤ ਸ਼ਾਹ ਨੂੰ ਚਿੱਠੀ ਲਿਖ ਦਿੱਤੀ ਸੀ ਕਿ ਤੁਸੀਂ ਸਾਨੂੰ ਠੇਕੇ ਖੋਲਣ ਦਿਓ, ਸਭ ਤੋਂ ਪਹਿਲਾਂ ਮੰਗ ਕੀਤੀ ਸੀ, ਉਹ ਮੰਗ ਖਾਰਿਜ ਹੋ ਗਈ, ਡਿਫਰੈਂਟ ਗੱਲ ਹੈ। ਤੇ ਹੁਣ ਸਾਰੇ ਜਿਹੜੇ ਨੇ ਠੇਕੇ ਖੋਲ ਕੇ ਬੈਠੇ ਹੋਏ ਨੇ, ਪੰਜਾਬ 'ਚ ਠੇਕੇ ਨਹੀਂ ਖੋਲੇ। ਉਧਰ ਠੇਕੇਦਾਰ ਜਿਹੜੇ ਨੇ ਉਹਨਾਂ ਦਾ ਆਪਣਾ ਰੋਣਾ, ਉਹ ਇਹ ਕਹਿੰਦੇ ਨੇ ਕਿ ਵੀ ਜੇ ਸਾਨੂੰ 3-4-5 ਘੰਟੇ ਲਈ ਦੁਕਾਨ ਖੋਲਣੀ ਆ ਤੇ ਅਸੀਂ ਪੂਰੀ ਫੀਸ ਜਿਹੜੀ ਹੈ, ਲਾਇਸੈਂਸ ਫੀ ਜਿਹੜੀ ਆ ਪੂਰੀ ਆਪਾਂ ਕਿਉਂ ਭਰੀਏ? ਤੇ ਜੇ ਪੂਰੀ ਫੀਸ ਸਾਡੇ ਕੋਲ ਲੈ ਰਹੇ ਨੇ ਤੇ ਸਾਨੂੰ ਫਿਰ ਉਸ ਤਰ੍ਹਾਂ ਦੇ ਅਖਤਿਆਰ ਵੀ ਹੋਣੇ ਚਾਹੀਦੇ ਨੇ। ਤੇ ਜਿਹੜੇ ਪਿਛਲਾ ਖਲਾ ਹੈ, ਜਿਹੜਾ ਬੈਕਲੌਗ ਹੋ ਗਿਆ, ਜਿਹੜੇ ਪਿਛਲੇ ਦਿਨਾਂ ਦੇ ਅੰਦਰ ਸਾਡਾ ਜਿਹੜਾ ਨੁਕਸਾਨ ਹੋਇਆ, ਉਸ ਦੀ ਭਰਪਾਈ ਕੌਣ ਕਰੇਗਾ? ਉਹ ਆਪਣੇ ਉਸ ਚੜੇ ਹੋਏ ਨੇ। ਕੈਬਨਿਟ ਵਿੱਚ ਆਪਣੀ ਜਿਹੜੀ ਹੁਣ ਮੁੱਖ ਮੰਤਰੀ ਨੂੰ ਵੀ ਆਪਣੇ ਮੰਤਰੀ ਖੁਸ਼ ਕਰਨੇ ਪੈ ਰਹੇ ਨੇ। ਮੁੱਖ ਸਕੱਤਰ ਦੀ ਜਿਹੜੀ ਤਲਖੀ ਹੋਈ ਸਾਹਮਣੇ, ਉਹਦੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਨੇ, ਪਰ ਠੇਕੇ ਅਜੇ ਵੀ ਬੰਦ ਨਹੀਂ। ਦੇਖੋ ਠੇਕੇਦਾਰਾਂ ਦਾ ਜੋ ਤਰਕ ਹੈ ਉਹ ਆਪਣੀ ਜਗ੍ਹਾ ਬਿਲਕੁਲ ਵਾਜਬ ਨੇ, ਕਿਉਂਕਿ ਪਿਛਲੇ 22 ਮਾਰਚ ਤੋਂ ਬਾਅਦ ਜਦੋਂ ਕਰਫਿਊ ਲਗਾਇਆ ਗਿਆ ਪੰਜਾਬ ਦੇ ਵਿੱਚ, 23 ਔਰ 24 ਤਰੀਕ ਨੂੰ ਕਰਫਿਊ ਲਗਾਇਆ ਗਿਆ ਸੀ, ਉਸ ਤੋਂ ਬਾਅਦ ਦੇ ਠੇਕੇ ਬੰਦ ਨੇ। ਉਹਨਾਂ ਨੂੰ ਰੈਵਨਿਊ ਲਾਸ ਹੋ ਰਿਹਾ, ਜਦਕਿ ਉਹਨਾਂ ਨੇ ਸਰਕਾਰ ਨੇ ਜਿਹੜੀ ਉਹਨਾਂ ਕੋਲੋਂ ਫੀਸ ਲੈਣੀ ਹੁੰਦੀ ਹੈ ਮੰਥਲੀ ਜਾਂ ਡੇਲੀ ਬੇਸਿਸ ਤੇ, ਸਰਕਾਰ ਨੇ ਉਹਦੇ ਵਿੱਚ ਉਹਨਾਂ ਨੂੰ ਕੋਈ ਕਟੌਤੀ ਨਹੀਂ ਦਿੱਤੀ। ਹਾਲਾਂਕਿ ਠੀਕ ਹੈ, ਸੇਲ ਦੇ ਉੱਪਰ ਜੋ ਉਹਨਾਂ ਦੀ ਐਕਸਾਈਜ਼ ਹੈ ਉਹ ਜਦੋਂ ਕਿ ਸੇਲ ਨਹੀਂ ਹੋਈ, ਐਕਸਾਈਜ਼ ਸਰਕਾਰ ਨੂੰ ਰੈਵਨਿਊ ਉਹਦਾ ਨਹੀਂ ਮਿਲ ਰਿਹਾ। ਲੇਕਿਨ ਇਸ ਤੋਂ ਇਲਾਵਾ ਜਿਹੜੀ ਉਹਨਾਂ ਦੇ ਫਿਕਸ ਜਿਹੜੇ ਚਾਰਜਸ ਸੀਗੇ ਉਹਨਾਂ ਵਿੱਚ ਉਹਨਾਂ ਨੂੰ ਕੋਈ ਰਿਆਇਤ ਨਹੀਂ ਦਿੱਤੀ ਗਈ, ਜਿਸ ਕਰਕੇ ਠੇਕੇਦਾਰ ਪਰੇਸ਼ਾਨ ਨੇ। ਅੱਜ ਵੀ ਉਹਨਾਂ ਦੀ ਇਹੀ ਮੰਗ ਹੈ ਕਿ ਉਹਨਾਂ ਦੇ ਨਾਲ ਇਸ ਪਾਲਿਸੀ ਤੇ ਇੱਕ ਡਿਬੇਟ ਕੀਤੀ ਜਾਵੇ ਔਰ ਇਸ ਪਾਲਿਸੀ ਨੂੰ ਦੁਬਾਰਾ ਮੋਡੀਫਾਈ ਕਰਕੇ ਨਵੇਂ ਸਿਰੇ ਤੋਂ ਲਾਗੂ ਕੀਤਾ ਜਾਵੇ, ਤਾਂ ਕਿ ਉਹਨਾਂ ਨੂੰ ਜਿਹੜਾ ਨੁਕਸਾਨ ਹੋਇਆ ਉਹਦੀ ਉਹ ਭਰਪਾਈ ਕਰ ਸਕਣ। ਜਿੰਨੀ ਉਹਨਾਂ ਦੀ ਸੇਲ ਹੋਵੇ ਉਸ ਹਿਸਾਬ ਨਾਲ ਉਹ ਟੈਕਸ ਦੇਣ ਲਈ ਤਿਆਰ ਨੇ, ਰੈਵਨਿਊ ਦੇਣ ਨੂੰ ਤਿਆਰ ਨੇ। ਦੂਸਰੇ ਪਾਸੇ ਜਿੱਥੇ ਸਿਆਸੀ ਤਲਖੀ ਦੀ ਜੇ ਮੈਂ ਗੱਲ ਕਰਾਂ ਤਾਂ ਪ੍ਰਤਾਪ ਸਿੰਘ ਬਾਜਵਾ, ਫਤਿਹ ਬਾਜਵਾ, ਇਹਨਾਂ ਨੇ ਤਾਂ ਪਿਛਲੇ 2-3 ਦਿਨ ਪਹਿਲੇ ਤੋਂ ਇਹ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਜੇ ਇਹ ਜਿਹੜਾ ਟਾਰਗੇਟ ਮੀਟ ਨਹੀਂ ਹੋ ਰਿਹਾ, ਇਹ ਟਾਰਗੇਟ ਮੀਟ ਨਾ ਹੋਣਾ ਤਾਂ ਇੱਕ ਬਹਾਨਾ ਹੈ, ਜਦਕਿ ਇਹ ਬਹੁਤ ਵੱਡਾ ਸਕੈਮ ਹੈ। ਇਸ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਹਨਾਂ ਨੇ ਸਿੱਧੇ ਆਪਣੀ ਹੀ ਸਰਕਾਰ ਦੇ ਸੀਐਮ ਨੂੰ ਜਾਂ ਮੰਤਰੀਆਂ ਨੂੰ ਕਟਹਿਰੇ ਵਿੱਚ ਲਾ ਕੇ ਖੜੇ ਕਰ ਦਿੱਤਾ ਹੈ ਕਿ ਇਸ ਜਿਹੜੇ ਵੱਡੇ ਇਹਨੂੰ ਇੱਕ ਸਕੈਮ ਦੱਸਿਓ, ਇਹਦੀ ਸੀਬੀਆਈ ਤੋਂ ਇਨਵੈਸਟੀਗੇਸ਼ਨ ਕਰਾਉਣ ਦੀ ਮੰਗ ਕਰ ਦਿੱਤੀ ਹੈ। ਈਵਨ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਹ ਵੀ ਕਿਹਾ ਹੈ ਕਿ ਹਾਈ ਕੋਰਟ ਵੀ ਇਹਦੇ ਵਿੱਚ ਇੰਟਰਫੇਅਰ ਕਰੇ, ਸੂ ਮੋਟੋ ਲੈ ਕੇ ਇਸ ਦੀ ਇਨਕੁਆਇਰੀ ਆਪਣੇ ਲੈਵਲ ਤੇ ਸੀਬੀਆਈ ਨੂੰ ਮਾਰਕ ਕਰੇ। ਸੋ ਕਿਤੇ ਨਾ ਕਿਤੇ ਕੈਪਟਨ ਦੇ ਲਈ ਇਸ ਵੇਲੇ ਬੜੀ ਮਤਲਬ ਇਹ ਕਹਿ ਸਕਦੇ ਕੈਪਟਨ ਅਮਰਿੰਦਰ ਸਿੰਘ ਦੇ ਲਈ ਬੜੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਨੇ ਕਿ ਸਾਰੀ ਦੀ ਸਾਰੀ ਉਹਨਾਂ ਦੀ ਕੈਬਨਿਟ ਜਾਂ ਹੋਰ ਜਿਹੜੇ ਪੋਲੀਟੀਸ਼ੀਅਨ ਸਨ, ਜਿਹੜੇ ਉਹਨਾਂ ਨੂੰ ਪਹਿਲੇ ਤੋਂ ਘੇਰਨਾ ਚਾਹ ਰਹੇ ਸਨ, ਉਹਨਾਂ ਕੋਲ ਇੱਕ ਮੌਕਾ ਆ ਗਿਆ ਬਹੁਤ ਜ਼ਬਰਦਸਤ, ਜਿਹਦੇ ਵਿੱਚ ਉਹ ਕੈਪਟਨ ਨੂੰ ਘੇਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਔਰ ਕੈਪਟਨ ਦੇ ਲਈ ਇਸ ਵੇਲੇ ਉਹਨਾਂ ਨੇ ਇੱਕ ਸਿਆਸੀ ਜਿਹੜਾ ਹੈਗਾ ਬੜਾ ਉਹਨਾਂ ਦੇ ਲਈ ਪਸ਼ੂ ਪੇਸ਼ ਦੇ ਵਿੱਚ ਕੈਪਟਨ ਨੂੰ ਪਾ ਦਿੱਤਾ ਕਿ ਅੱਗੇ ਉਹ ਕੀ ਡਿਸੀਜਨ ਲੈਣਗੇ।
ਜੀ, ਹੁਣ ਡਿਸੀਜਨ ਮੇਕਿੰਗ ਦੀ ਗੱਲ ਹੀ ਹੈਗੀ ਆ। ਜੇ ਅਸੀਂ ਪੰਜਾਬ ਤੋਂ ਥੋੜਾ ਜਿਹਾ ਨੈਸ਼ਨਲ ਪੋਲਿਟਿਕਸ ਦੇ ਉੱਤੇ ਆਈਏ, ਪੋਲਿਟਿਕਸ ਵੀ ਕਿਉਂ, ਜੇ ਅਸੀਂ ਨੈਸ਼ਨਲ ਫੈਸਲੇ ਦੇ ਉੱਤੇ ਆਈਏ ਤਾਂ ਇਹ ਗੱਲ ਸਾਫ਼ ਹੋ ਗਈ ਕਿ ਲੋਕਡਾਊਨ 4 ਜਿਹੜਾ ਹੈ ਉਹ ਆਏਗਾ, ਨਵੇਂ ਰੰਗ ਰੂਪ ਦੇ ਵਿੱਚ ਆਏਗਾ। 20 ਲੱਖ ਕਰੋੜ ਦੀ ਜਿਹੜੀ ਗੱਲ ਹੈ, ਪੈਕੇਜ ਜਿਹੜਾ ਹੈ ਉਹ ਵੀ ਐਲਾਨਿਆ ਗਿਆ ਹੈਗਾ। ਕੁਝ ਗੱਲਾਂ ਜਿਹੜੀਆਂ ਨੇ, ਕੁਝ ਲੋਕ ਜਿਹੜੇ ਨੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵੋਕਲ ਫॉर ਲੋਕਲ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈਗੀ ਆ। ਅਜਿਹੇ ਵਿੱਚ ਕਿਹੜੇ ਲੋਕ ਜਿਹੜੇ ਨੇ ਤੁਹਾਨੂੰ ਬੈਨੀਫਿਟ ਹੁੰਦਾ ਇਸ ਦੇ ਨਾਲ ਜਿਹੜਾ ਹੈ ਨਜ਼ਰ ਆ ਰਿਹਾ, ਕਿਉਂਕਿ ਇਕਨੋਮੀ ਹੈ, ਇਨਫਰਾਸਟ੍ਰਕਚਰ ਹੈ, ਸਿਸਟਮ ਹੈ, ਡੈਮੋਗ੍ਰਾਫੀ ਹੈ, ਉਸ ਤੋਂ ਇਲਾਵਾ ਡਿਮਾਂਡ ਹੈ। ਇਹ ਪੰਜ ਚੀਜ਼ਾਂ ਜਿਹੜੀਆਂ ਨੇ, ਇਹਨਾਂ ਪੰਜ ਚੀਜ਼ਾਂ ਵੱਲ ਜਿਹੜਾ ਹੈ ਉਹ ਧਿਆਨ ਦਿੱਤਾ ਗਿਆ। ਤੇ ਇਹ ਜਿਹੜੀਆਂ ਪੰਜ ਚੀਜ਼ਾਂ, ਇਹ ਜਿਹੜਾ ਪੈਕੇਜ ਹੈ ਇਹ ਕੀ ਰਾਹਤ ਪੈਕੇਜ ਦੇ ਤੌਰ ਤੇ ਆਏਗਾ। ਹਾਲਾਂਕਿ ਪੀ ਚਿਦੰਬਰਮ ਨੇ ਇਹ ਗੱਲ ਜਿਹੜੀ ਇਹ ਸਾਫ਼-ਸਾਫ਼ ਕਹੀ ਸੀ, ਕਿਉਂਕਿ ਹੁਣੇ ਨਿਰਮਲਾ ਸੀਤਾਰਮਨ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ, ਕਿਉਂਕਿ ਜਦ ਤੱਕ ਲੋਕ ਦੇਖਣਗੇ ਸਾਡਾ ਇਹ ਵਾਲਾ, ਉਦੋਂ ਕਾਨਫਰੰਸ ਹੋ ਚੁੱਕੀ ਹੋਏਗੀ। ਤੇ ਇਸ ਚਿਦੰਬਰਮ ਨੇ ਇਹ ਗੱਲ ਬੜੀ ਸਾਫ਼-ਸਾਫ਼ ਕਹੀ ਕਿ ਇਹ ਤਾਂ ਇਹਨਾਂ ਨੇ ਬਲੈਂਕ ਪੇਪਰ, ਕਾਲਾ ਪੇਪਰ ਇਦਾਂ ਹੀ ਛੱਡਤਾ, ਅਜੇ ਤਾਂ ਉਹ ਭਰਨਗੇ, ਆ ਕੇ ਦੇਖਦੇ ਆ ਵੀ ਇਸ ਚੋਂ ਕੀ ਨਿਕਲਦਾ ਹੈਗਾ। ਤੁਹਾਨੂੰ ਕਿੰਨੇ ਕਿ ਤਰ੍ਹਾਂ ਨਾਲ ਇਹ ਬੈਨੀਫੀਸ਼ੀਅਲ ਹੈ? ਦੇਖੋ, ਇਸ ਵੇਲੇ ਮੋਦੀ ਸਰਕਾਰ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ। ਕਰੋਨਾ ਦਾ ਜੋ ਸੰਕਟ ਚੱਲ ਰਿਹਾ ਹੈ, ਬਹੁਤ ਵੱਡਾ ਚੈਲੰਜ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਕਿਸਾਨ ਨੇ ਉਹਨਾਂ ਤੱਕ ਕਿਸੇ ਨਾ ਕਿਸੇ ਤਰੀਕੇ ਇਸ ਰਾਹਤ ਪੈਕੇਜ ਦੇ ਵਿੱਚ ਉਹਨਾਂ ਦਾ ਧਿਆਨ ਰੱਖਿਆ ਜਾਣਾ ਹੈ। ਫਿਰ ਉਸ ਤੋਂ ਬਾਅਦ ਜਿਹੜੀ ਇੰਡਸਟਰੀ ਹੈ, ਖਾਸ ਕਰ ਸਮਾਲ, ਮਾਈਕਰੋ ਔਰ ਮੀਡੀਅਮ ਇੰਡਸਟਰੀ ਹੈ, ਜਿਨ੍ਹਾਂ ਦੇ ਕੋਲ ਛੋਟੇ ਕਾਮਗਾਰ ਜਿਹੜੇ ਲੇਬਰ ਵਾਲੇ ਕੰਮ ਕਰਦੇ ਸਨ, ਉਹ ਇਸ ਵੇਲੇ ਜਿਹੜੇ ਬੇਰੋਜ਼ਗਾਰ ਹੋ ਰਹੇ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੇ ਕੰਪਨਸੇਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਕਿਉਂਕਿ ਲੋਕਡਾਊਨ 4 ਜਿਹੜਾ ਹੁਣ ਸ਼ੁਰੂ ਹੋ ਰਿਹਾ, 4 ਦਾ ਜਿਹੜਾ ਫੇਸ ਹੋਏਗਾ ਉਹ ਇਸ ਤਰੀਕੇ ਨਾਲ ਹੋਏਗਾ ਕਿ ਜਿਹੜਾ ਇੰਡਸਟਰੀਅਲ ਪ੍ਰੋਡਕਸ਼ਨ ਹੈ ਉਹ ਕਿਤੇ ਨਾ ਕਿਤੇ ਜਿਹੜਾ ਬਿਲਕੁਲ ਬੰਦ ਚੱਕਾ ਜਾਮ ਦੀ ਤਰ੍ਹਾਂ ਪਿਆ ਸੀ, ਉਹਨੂੰ ਦੁਬਾਰਾ ਪਟੜੀ ਤੇ ਲਿਆਂਦਾ ਜਾਵੇ। ਥੋੜਾ ਬਹੁਤ ਕੰਮਕਾਜ ਲੋਕ ਸ਼ੁਰੂ ਕਰਨ, ਪ੍ਰੀਕਾਸ਼ਨਸ ਲੈਣ, ਸਮਝਦਾਰੀ ਨਾਲ ਕੰਮ ਕਰਨ, ਤਾਂ ਕਿ ਬਿਮਾਰੀ ਨਾਲ ਵੀ ਲੜਿਆ ਜਾ ਸਕੇ। ਤੇ ਪਲੱਸ ਜਿਹੜਾ ਬੇਰੋਜ਼ਗਾਰੀ ਹੈ ਉਸ ਨੂੰ ਦੂਰ ਕਰਕੇ ਜਿਹੜਾ ਇੰਡੀਅਨ ਇਕਨੋਮੀ ਤੇ ਜਿਹੜਾ ਅਸਰ ਪੈ ਰਿਹਾ ਸੀ ਉਹਨੂੰ ਦੁਬਾਰਾ ਪਟੜੀ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਨਿਰਮਲਾ ਸੀਤਾਰਮਨ ਜੋ ਕਿ ਵਿੱਤ ਮੰਤਰੀ ਨੇ ਇੰਡੀਆ ਦੇ, ਉਹਨਾਂ ਨੇ ਹੁਣ ਅਨਾਉਂਸ ਕਰਨਾ ਹੈ ਕਿ ਕਿਹੜੇ ਜਿਹੜੇ ਸੈਕਟਰ ਨੇ ਕਿਹਨੂੰ ਕਿੰਨਾ ਰਾਹਤ ਪੈਕੇਜ ਦੇ ਵਿੱਚੋਂ ਕਿਸ ਤਰੀਕੇ ਨਾਲ ਕੰਪਨਸੇਸ਼ਨ ਦਿੱਤੀ ਜਾ ਰਹੀ ਹੈ, ਕਿਸ ਤਰੀਕੇ ਨਾਲ ਉਸ ਨੂੰ ਉਹ ਯੂਟਿਲਾਈਜ਼ ਕਰ ਸਕਦੇ ਨੇ। ਇਹ ਉਹਨਾਂ ਨੇ ਆਪਣੇ ਪਲਾਨ ਦੇ ਵਿੱਚ ਦੱਸਣਾ ਹੈ। ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ ਤਾਂ ਰਾਹੁਲ ਗਾਂਧੀ ਹੋ ਜਾਣ, ਚਾਹੇ ਪੀ ਚਿਦੰਬਰਮ ਜਿਹੜੇ ਕਿ ਸਾਬਕਾ ਵਿੱਤ ਮੰਤਰੀ ਨੇ, ਉਹ ਸਾਰੇ ਇਸ ਨੂੰ ਕੰਡੈਮ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਇਹਨਾਂ ਦੇ ਜਿਹੜੇ ਮੋਦੀ ਸਰਕਾਰ ਜੋ ਵੀ ਅਨਾਉਂਸਮੈਂਟ ਕਰ ਰਹੀ ਹੈ ਕਿਤੇ ਨਾ ਕਿਤੇ ਨਾਕਾਫੀ ਹੈ। ਇਹ ਹਾਲੇ ਇਹਨਾਂ ਦਾ ਸਹੀ ਸਟੈਪ ਜਾਂ ਬਿਨਾਂ ਕਿਸੇ ਸਟੱਡੀ ਕੀਤੇ, ਬਿਨਾਂ ਗਰਾਊਂਡ ਰਿਐਲਿਟੀ ਜਾਣੇ ਹੋਏ ਇਸ ਸਟੈਪ ਦੇ ਜਿਹੜੇ ਅਨਾਉਂਸਮੈਂਟ ਕਰ ਰਹੀ ਹੈ, ਜਦਕਿ ਇਹਦਾ ਜ਼ਮੀਨੀ ਤੌਰ ਤੇ ਇਹਦਾ ਕੀ ਫਾਇਦਾ ਪਹੁੰਚੇਗਾ ਹਾਲੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਹੈ। ਜਦ ਤੱਕ ਇਹਦਾ ਵਾਈਟ ਪੇਪਰ ਇਸ਼ੂ ਨਹੀਂ ਕਰਦੇ ਕਿ ਜ਼ਮੀਨੀ ਤੌਰ ਤੇ ਕਿਸ ਤਰ੍ਹਾਂ ਇਹ ਪੈਸਾ ਕਿੱਥੇ ਤੱਕ ਪਹੁੰਚੇਗਾ, ਕਿਸ ਕੈਟਾਗਰੀ ਦੇ ਲੋਕਾਂ ਤੱਕ, ਜਾਂ ਕਿਸ ਕੈਟਾਗਰੀ ਦੀ ਇੰਡਸਟਰੀ ਜਾਂ ਇਨਫਰਾਸਟ੍ਰਕਚਰ ਦੇ ਮਾਮਲੇ ਦੇ ਵਿੱਚ ਜਿਹੜੀਆਂ ਵੀ ਆਰਗੇਨਾਈਜੇਸ਼ਨ ਲੱਗੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਇਹ ਫਾਇਦਾ ਉਹਨਾਂ ਤੱਕ ਪਹੁੰਚ ਜਾਏਗਾ, ਤਦ ਤੱਕ ਇਸੇ ਉਹ ਕੁਝ ਵੀ ਕਹਿਣਾ ਮਤਲਬ ਜਲਦਬਾਜ਼ੀ ਸਮਝ ਰਹੇ ਨੇ। ਉਹਨਾਂ ਦਾ ਸਿਰਫ ਇਹ ਕਹਿਣਾ ਹੈ ਕਿ ਸਰਕਾਰ ਸਿਰਫ ਅਨਾਉਂਸਮੈਂਟ ਕਰ ਰਹੀ ਹੈ, ਜਦਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਨਾਉਂਸਮੈਂਟ ਕਰਦੇ ਹੋਏ ਅਨਾਉਂਸਮੈਂਟ ਦੇ ਨਾਲ ਇਹ ਦੱਸਿਆ ਜਾਵੇ, ਉਸੇ ਵੇਲੇ ਡਿਟੇਲ ਦਿੱਤੀ ਜਾਵੇ ਕਿ ਇਹ ਪੈਸਾ ਕਿੱਦਾਂ ਹੋਏਗਾ। ਇੱਥੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਾਂਗਾ, ਇੱਕ ਜੋਕ ਹੈ ਪੰਜਾਬੀ ਦੇ ਵਿੱਚ। ਕਿਸੇ ਆਰਗੇਨਾਈਜੇਸ਼ਨ ਨੇ ਇੱਕ ਇੰਟਰਵਿਊ ਦੇ ਲਈ ਕਿਸੇ ਨੂੰ ਕਾਲ ਕੀਤੀ ਕਿ ਸਾਡੇ ਫਲਾਣੀ ਆਰਗੇਨਾਈਜੇਸ਼ਨ ਦੇ ਵਿੱਚ ਇੱਕ ਪੋਸਟ ਦੇ ਵਾਸਤੇ MA ਪੰਜਾਬੀ ਪੜਿਆ ਹੋਇਆ 5 ਸਾਲ ਦੇ ਤਜਰਬੇ ਦਾ ਇੱਕ ਮੁਲਾਜ਼ਮ ਚਾਹੀਦਾ ਹੈ। ਇੰਟਰਵਿਊ ਕਾਲ ਹੋਈ ਤਾਂ ਇੱਕ ਪੰਜਾਬੀ ਉੱਥੇ ਇੰਟਰਵਿਊ ਦੇਣ ਲਈ ਚਲੇ ਗਏ, ਤਾਂ ਇੰਟਰਵਿਊਅਰ ਨੇ ਉਹਨੂੰ ਪੁੱਛਿਆ ਕਿ ਤੁਸੀਂ ਕੀ MA ਕੀਤੀ ਹੋਈ ਹੈ? ਉਹ ਕਹਿੰਦਾ ਨਹੀਂ ਜੀ, ਮੈਂ MA ਪਾਸ ਨਹੀਂ ਹਾਂ। ਕਹਿੰਦੇ ਕੀ ਤੁਹਾਡੇ ਕੋਲ 5 ਸਾਲ ਦਾ ਤਜਰਬਾ ਹੈ? ਉਹ ਕਹਿੰਦਾ ਮੇਰੇ ਕੋਲ 5 ਸਾਲ ਦਾ ਤਜਰਬਾ ਵੀ ਨਹੀਂ ਹੈ। ਕਹਿੰਦੇ ਫਿਰ ਤੁਸੀਂ ਸਾਡੀਆਂ ਤਾਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹਨੂੰ ਤੁਸੀਂ ਬੀਟ ਨਹੀਂ ਕਰ ਪਾ ਰਹੇ, ਤੁਸੀਂ ਇੰਟਰਵਿਊ ਲਈ ਕਿਸ ਤਰ੍ਹਾਂ ਆ ਗਏ? ਸੋ ਇਹ ਜਿਹੜਾ ਕੱਲ ਮੋਦੀ ਸਾਹਿਬ ਦਾ ਜਿਹੜਾ ਕੱਲ ਰਾਤ ਨੂੰ ਨੇਸ਼ਨ ਨੂੰ ਜਿਹੜਾ ਉਹਨਾਂ ਨੇ ਐਡਰੈਸ ਕੀਤਾ ਸੀ, ਭਾਸ਼ਣ ਸੀ, ਇਸ ਭਾਸ਼ਣ ਦੇ ਵਿੱਚ ਉਹਨਾਂ ਨੇ ਨਾ ਕਰਦੇ ਹੋਏ 20 ਤੋਂ 22 ਵਾਰੀ ਇਹ ਕਿਹਾ ਵੀ ਤੁਹਾਨੂੰ ਆਤਮ ਨਿਰਭਰ ਹੋਣਾ ਪਏਗਾ। ਇਹਦਾ ਮਤਲਬ ਇਹ ਸੀ ਕਿ ਜਿਸ ਤਰ੍ਹਾਂ ਇੰਟਰਵਿਊਅਰ ਨੇ ਪੁੱਛਿਆ ਕਿ ਤੁਸੀਂ ਸਾਡੇ ਜਿਹੜਾ ਮੀਟ ਨਹੀਂ ਕਰ ਰਹੇ, ਤੁਸੀਂ ਸਾਡੀਆਂ ਜੋ ਰਿਕੁਆਇਰਮੈਂਟ ਸੀ ਉਹਦੇ ਮੁਤਾਬਕ ਤੁਸੀਂ ਖਰੇ ਨਹੀਂ ਹੋ ਰਹੇ, ਕਿਉਂ ਆਏ? ਉਹਨੇ ਕਿਹਾ ਜੀ ਮੈਂ ਤਾਂ ਇਸ ਕਰਕੇ ਆਇਆ ਵਾਂ, ਮੈਂ ਤੁਹਾਨੂੰ ਇਹ ਦੱਸਣ ਆਇਆ ਸੀ, ਮੇਰੇ ਕੋਲ ਤਾਂ ਉਹ ਜੋ ਤੁਹਾਡੇ ਰਿਕੁਆਇਰਮੈਂਟ ਨੇ ਉਹਦੇ ਮੁਤਾਬਕ ਮੈਂ ਤਾਂ ਫਿਟ ਨਹੀਂ ਹੈਗਾ, ਪਰ ਤੁਸੀਂ ਮੇਰੇ ਭਰੋਸੇ ਨਾ ਰਹੋ, ਆਪ ਦਾ ਕੰਮ ਆਪ ਕਰ ਲਿਓ। ਸੋ ਮੋਦੀ ਸਾਹਿਬ ਨੇ ਵੀ ਕੱਲ ਇੱਕ ਕੋਸ਼ਿਸ਼ ਕੀਤੀ ਹੈ, ਆਤਮ ਨਿਰਭਰ ਹੋ ਜਾਈਏ ਵੀ ਮਤਲਬ ਅਸੀਂ ਜੋ ਕਰ ਰਹੇ ਹਾਂ ਤੁਹਾਡੇ ਤੱਕ ਪਹੁੰਚੇ ਨਾ ਪਹੁੰਚੇ, ਪਰ ਤੁਸੀਂ ਆਪਣੇ ਆਪ ਸਿਆਣੇ ਹੋ ਕੇ ਆਪਣਾ ਕੰਮ ਆਪ ਸੰਭਾਲ ਲਿਓ, ਉਹੀ ਚੰਗਾ ਰਹੇਗਾ। ਕਿਉਂਕਿ 130 ਕਰੋੜ ਤੋਂ ਉੱਤੇ ਦੀ ਆਬਾਦੀ ਹੈ ਅੱਜ। ਜਿਹੜਾ 10 ਲੱਖ ਕਰੋੜ, ਜਿਹੜਾ 20 ਲੱਖ ਕਰੋੜ ਦਾ ਇਹਨਾਂ ਨੇ ਪੈਕੇਜ ਜਿਹੜਾ ਅਨਾਉਂਸ ਕੀਤਾ ਹੈ, ਉਹ ਕਿਹੜੇ ਸੈਕਟਰ 'ਚ ਕਿੰਨਾ ਆਏਗਾ ਉਹ ਬਹੁਤ ਜ਼ਿਆਦਾ ਪੂਰਾ ਨਹੀਂ ਹੋ ਪਾਣਾ, ਕਿਉਂਕਿ ਲੋਕਡਾਊਨ 22 ਮਾਰਚ ਤੋਂ ਚੱਲ ਰਿਹਾ ਹੈ। ਇਕਨੋਮੀ ਉੱਥੇ ਦੀ ਉੱਥੇ ਬ੍ਰੇਕ ਲੱਗ ਕੇ ਖੜ ਗਈ ਹੈ। ਸਭ ਕੁਝ ਜਿਹੜਾ ਫਿਸਕਲ ਜਿਹੜਾ ਡੈਫਿਸਿਟ ਮਤਲਬ ਘਾਟੇ ਵਿੱਚ ਚੱਲ ਰਹੀ ਹੈ ਸਰਕਾਰ ਕੋਲ ਰੈਵਨਿਊ ਨਹੀਂ ਹੈ, ਸਟੇਟਾਂ ਕੋਲ ਰੈਵਨਿਊ ਨਹੀਂ ਹੈ, ਸੈਂਟਰ ਕੋਲ ਰੈਵਨਿਊ ਨਹੀਂ ਹੈ। ਸੋ ਉਸ ਤੋਂ ਇਲਾਵਾ ਜਿਹੜੀ ਇੰਡਸਟਰੀ ਹੈ ਉਹਨਾਂ ਨੇ ਆਪਣੀ ਲੇਬਰ ਨੂੰ
ਸੈਲਰੀ ਦੇਣੀ ਬੰਦ ਕਰਤੀ। ਕਈ ਵੱਡੇ ਜਿਹੜੇ ਕਾਰਪੋਰੇਟ ਹਾਊਸਿਸ ਸੀਗੇ ਉਹਨਾਂ ਨੇ ਆਪਣੇ EMPLOYEES ਨੂੰ ਜਾਂ ਤਾਂ ਸੈਲਰੀ ਕੱਟ ਲਗਾ ਕੇ 50% ਕਰਤੀ, ਸੈਲਰੀ ਉਹਨਾਂ ਦੀ ਡਿਕਰੀਜ਼ ਕਰਤੀ, ਮਤਲਬ ਇਨਕਰੀਜ਼ ਕੀ ਕਰਨੀ ਸੀ, ਡਿਕਰੀਜ਼ ਕਰਤੀ। ਉਸ ਤੋਂ ਇਲਾਵਾ ਕਈਆਂ ਨੂੰ ਉਹਨਾਂ ਨੇ ਇਹ ਕਹਿਤਾ ਕਿ ਤੁਸੀਂ ਕਿਸੇ ਵੀ ਟਾਈਮ ਫਾਇਰ ਕੀਤੇ ਜਾ ਸਕਦੇ ਹੋ ਜੇ ਸਾਡੇ ਮਾਹੌਲ ਇਹੀ ਰਿਹਾ। ਸੋ ਮੋਦੀ ਗਵਰਨਮੈਂਟ ਦੇ ਲਈ ਸਭ ਤੋਂ ਵੱਡਾ ਇਹ ਚੈਲੰਜ ਸੀਗਾ ਕਿ ਜੇ ਲੋਕਡਾਊਨ 4 ਦੇ ਸ਼ੁਰੂ ਹੁੰਦੇ ਹੀ ਔਰ ਜਿਹੜੀਆਂ ਆਰਗੇਨਾਈਜੇਸ਼ਨਸ ਦੇ ਵਿੱਚ ਕੰਮ ਸ਼ੁਰੂ ਹੋਣਾ, ਜੇ ਉਹਨਾਂ ਨੇ ਆਪਣੇ EMPLOYEES ਨੂੰ ਫਾਇਰ ਕਰਨਾ ਸ਼ੁਰੂ ਕਰਤਾ ਤਾਂ ਸਰਕਾਰ ਦੀ ਬਹੁਤ ਜ਼ਿਆਦਾ ਇਹਦੇ ਵਿੱਚ ਫਜ਼ੀਅਤ ਹੋਣੀ ਸੀ, ਜਿਸ ਕਰਕੇ ਉਹਨਾਂ ਨੇ ਇਹ 20 ਲੱਖ ਕਰੋੜ ਦਾ ਜਿਹੜਾ ਪੈਕੇਜ ਅਨਾਉਂਸਮੈਂਟ ਜਿਹੜੀ ਇਹਦੀ ਕੀਤੀ ਹੈ। ਉਹਨਾਂ ਦਾ ਖਾਸ ਕਰ ਫੋਕਸ ਇਹਦੇ ਵਿੱਚ ਇਹੀ ਰਹਿਣਾ ਚਾਹੀਦਾ ਜਾਂ ਇਹੀ ਰਹੇਗਾ ਕਿ ਕਿਤੇ ਨਾ ਕਿਤੇ ਜਿਹੜੇ ਕਿਸਾਨ ਨੇ, ਖਾਸ ਕਰ ਜਿਹੜੇ ਬਿਲੋ ਪਾਵਰਟੀ ਲਾਈਨ ਨੇ ਜਾਂ ਜਿਹੜੇ ਮਿਡਲ ਕਲਾਸ ਫੈਮਲੀਜ਼ ਨੇ ਜਾਂ ਮਿਡਲ ਕਲਾਸ ਫਾਰਮਰ ਨੇ, ਉਹਨਾਂ ਤੱਕ ਇਹਦਾ ਫਾਇਦਾ ਪਹੁੰਚਾਇਆ ਜਾਵੇ। ਦੂਸਰੇ ਤੌਰ ਤੇ ਜਿਹੜੇ ਦੂਜੇ ਪਾਸੇ ਜਿਹੜੇ EMPLOYEES ਨੇ ਕਾਰਪੋਰੇਟ ਸੈਕਟਰ ਦੇ ਵਿੱਚ ਨੇ ਜਾਂ ਫੈਕਟਰੀਜ਼ ਦੇ ਵਿੱਚ ਨੇ, ਉਹਨਾਂ ਤੱਕ ਇਹਨਾਂ ਦਾ ਫਾਇਦਾ ਪਹੁੰਚਾਉਣ ਦੇ ਲਈ ਕੁਝ ਐਸੀ ਪਾਲਿਸੀਜ਼ ਬਣਾਈ ਜਾਵੇ ਜਿਹਦੇ ਕਰਕੇ ਜਿਹੜੇ ਆਰਗੇਨਾਈਜੇਸ਼ਨਸ ਨੇ, ਫੈਕਟਰੀ ਓਨਰਸ ਨੇ, ਉਹਨਾਂ ਨੂੰ ਕੁਝ ਨਾ ਕੁਝ ਬੈਨੀਫਿਟ ਮਿਲੇ ਤਾਂ ਕਿ ਉਹ ਆਪਣੇ EMPLOYEES ਤੱਕ ਉਸਦਾ ਫਾਇਦਾ ਦੇ ਪਾਉਣ, ਉਹਨਾਂ ਦੀ ਸੈਲਰੀ ਦੇ ਵਿੱਚ ਘੱਟ ਤੋਂ ਘੱਟ ਕਟੌਤੀ ਹੋਵੇ ਜਾਂ ਉਹਨਾਂ ਨੂੰ ਫਾਇਰ ਨਾ ਕੀਤਾ ਜਾਵੇ। ਤੇ ਇਸ ਤੋਂ ਇਲਾਵਾ ਜਿਹੜੀ ਡਿਵੈਲਪਮੈਂਟ ਹੈ ਉਹ ਸਿੱਧੇ ਤੇਜ਼ੀ ਦੇ ਨਾਲ ਉਹ ਆਪਣੀ ਪਟੜੀ ਤੇ ਆਉਣਾ ਸ਼ੁਰੂ ਕਰ ਲਵੇ। ਜੇ ਗੱਲ ਕਹੀਏ ਆਉਣ ਵਾਲੇ ਟਾਈਮ ਦਾ, ਇਹਦਾ ਜਿਹੜਾ ਕਰੋਨਾ ਦਾ ਅਸਰ ਹੈ, ਆਉਣ ਵਾਲੇ ਟਾਈਮ 'ਚ ਮੰਦੀ ਬਹੁਤ ਜ਼ਿਆਦਾ ਦੇਖਣ ਨੂੰ ਤੁਹਾਨੂੰ ਮਿਲੇਗੀ ਕਈ ਸੈਕਟਰ ਦੇ ਵਿੱਚ, ਖਾਸ ਕਰ ਰੀਅਲ ਐਸਟੇਟ ਸੈਕਟਰ ਦੇ ਵਿੱਚ ਜਾਂ ਇੰਫਰਾਸਟ੍ਰਕਚਰ ਦੇ ਵਿੱਚ ਵੀ ਤੁਹਾਨੂੰ ਹਰ ਪਾਸੇ ਹਲੇ ਮੰਦੀ ਬਹੁਤ ਨਜ਼ਰ ਆਏਗੀ। ਸੋ ਉਸ ਨੂੰ ਵੀ ਜਿਹੜਾ ਉਸ ਦੀ ਭਰਪਾਈ ਕਰਨਾ ਵੀ ਸਰਕਾਰ ਵਾਸਤੇ ਇਹ ਬਹੁਤ ਹੀ ਵੱਡਾ ਚੈਲੰਜ ਹੋਏਗਾ ਮੋਦੀ ਸਰਕਾਰ ਵਾਸਤੇ। ਸੋ ਦੇਖੋ ਆਉਣ ਵਾਲੇ ਦਿਨ 'ਚ ਹੋਰ ਕੀ ਇਹਦੇ ਵਿੱਚ ਫੈਸਲੇ, ਇਹਨਾਂ ਨੂੰ ਕਈ ਠੋਸ ਫੈਸਲੇ ਲੈਣ ਦੀ ਜ਼ਰੂਰਤ ਪਵੇਗੀ। ਤੇ ਮੈਂ ਵਿਊਅਰਸ ਨੂੰ ਜ਼ਰੂਰ ਦੱਸਣਾ ਚਾਹਾਂਗੀ ਕਿ ਹੋ ਸਕਦਾ ਜਦੋਂ ਤੁਸੀਂ ਇਹ ਦੇਖੋ ਉਦੋਂ ਤੱਕ ਪ੍ਰੈਸ ਕਾਨਫਰੰਸ ਜਿਹੜੀ ਹੋ ਗਈ ਹੋਏ। ਸੋ ਤਾਂ ਕਰਕੇ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ, ਅਪਡੇਟ ਤੁਹਾਨੂੰ ਉਸ ਬਾਰੇ ਵੀ ਅਸੀਂ ਕਰਦੇ ਰਵਾਂਗੇ। ਪੰਜਾਬ ਵਾਲੀ ਸਾਈਡ ਨੂੰ ਵਾਪਸ ਆਈਏ। ਰਾਜਾ ਵੜਿੰਗ ਨੇ ਇੱਧਰ ਆਬਕਾਰੀ ਮਹਿਕਮੇ ਵਾਸਤੇ ਤਾਂ ਪੂਰੀ ਪਾਲਿਸੀ ਵਾਸਤੇ ਤਾਂ ਮੋਰਚਾ ਖੋਲ ਦਿੱਤਾ, ਪਰ ਨਾਲ ਉਹ ਆਪ ਪੂਰੇ ਫਸ ਗਏ। ਹੁਣ ਉਹ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਪਰਚੇ ਵੰਡਦੇ ਹੋਏ ਨਜ਼ਰ ਆ ਰਹੇ ਆ, ਤੇ ਉਹ ਪਰਚੇ ਵੰਡਦੇ ਦੀ ਵੀਡੀਓ ਜਿਹੜੀ ਉਹ ਵਾਇਰਲ ਹੋਈ ਹੈਗੀ ਹੈ, ਜਿਸ 'ਚ ਉਹ ਕਹਿ ਰਹੇ ਆ ਇੱਕ ਪ੍ਰਵਾਸੀ ਮਜ਼ਦੂਰ ਨੂੰ ਪਰਚਾ ਫੜਾ ਰਹੇ ਆ ਤੇ ਕਹਿ ਰਹੇ ਆ ਇਹ ਦੇਖੋ ਤੁਹਾਡੀ ਟਿਕਟ ਦਾ ਖਰਚਾ ਜਿਹੜਾ ਹੈ ਇਹ ਸੋਨੀਆ ਗਾਂਧੀ ਨੇ ਕੀਤਾ ਹੈ, ਇਹ ਕੈਪਟਨ ਨੇ ਕੀਤਾ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਸੋ ਅਜਿਹੇ ਵਿੱਚ ਜਦ ਕਿ ਚੀਜ਼ਾਂ ਜਿਹੜੀਆਂ ਨੇ ਉਹ ਅਜੇ ਤੱਕ ਪ੍ਰਵਾਸੀਆਂ ਨੂੰ ਵੀ ਕਲੀਅਰ ਨਹੀਂ ਹੋਈਆਂ ਕਿ ਕੀ 85-15 ਦਾ ਕੀ ਫੰਡ ਹੈ, ਕੌਣ ਕਿੰਨਾ ਕੇਂਦਰ ਦੇਗੀ, ਕਿੰਨਾ ਰਾਜ ਸਰਕਾਰ ਦੇਗੀ। ਸੋ ਉਹਨਾਂ ਦਾ ਜੇ ਮੰਨ ਵੀ ਲੈਣਗੇ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ, ਪਰ ਸਿਆਸਤ ਦਾ ਡਿੱਗਣਾ ਔਰ ਨਿਰੰਤਰ ਡਿੱਗਣਾ ਅਸੀਂ ਇੱਥੇ ਦੇਖ ਰਹੇ ਹਾਂ। ਜਿਵੇਂ ਕੋਈ ਪਾਪੜ ਵੜੀਆਂ ਵੇਚਣ ਵਾਲਾ ਨਹੀਂ ਹੁੰਦਾ, ਇਹ ਉਸ ਤਰ੍ਹਾਂ ਦਾ ਰਵੱਈਆ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਹੈਗਾ, ਜਦੋਂ ਕਿ ਨਜ਼ਰ ਆ ਰਿਹਾ ਕਿ ਵੀ ਇਹ ਦੇਖੋ ਤੁਹਾਡੀ ਟਿਕਟ ਦਾ ਖਰਚਾ ਨਾ ਇੱਕ ਸੋਨੀਆ ਗਾਂਧੀ ਨੇ ਦਿੱਤਾ ਹੈ, ਪੈਸੇ ਦਿੱਤੇ ਆ, ਇਹ ਕੈਪਟਨ ਅਮਰਿੰਦਰ ਸਿੰਘ ਨੇ ਪੈਸੇ ਦਿੱਤੇ ਆ। ਸੋ ਮਤਲਬ ਇਸ ਤੋਂ ਚੀਪ ਕੁਛ ਹੋਰ ਨਹੀਂ ਹੋ ਸਕਦਾ। ਦੇਖੋ ਪੰਜਾਬ ਦੀ ਜੇ ਸਿਆਸਤ ਦੀ ਗੱਲ ਕਰੀਏ ਤਾਂ ਅਜਿਹੀਆਂ ਚੀਜ਼ਾਂ ਪੰਜਾਬ 'ਚ ਪਹਿਲੀ ਵਾਰੀ ਨਹੀਂ ਹੋ ਰਹੀਆਂ। ਪਹਿਲੇ ਵੀ ਇਹ ਇੱਕ ਚਮਚਾਗਿਰੀ ਦੀ ਹੱਦ ਹੁੰਦੀ ਹੈ ਕਿ ਅਸੀਂ ਆਪਣੇ ਬੌਸਸ ਨੂੰ ਦਿਖਾਣਾ ਕਿ ਅਸੀਂ ਤੁਹਾਡੇ ਲਈ, ਤੁਸੀਂ ਆ ਇੱਕ ਅਨਾਉਂਸਮੈਂਟ ਕੀਤੀ ਸੋਨੀਆ ਗਾਂਧੀ ਨੇ ਕਿ ਜਿੰਨੇ ਮਾਈਗ੍ਰੈਂਟਸ ਹੈਗੇ ਨੇ ਉਹਨਾਂ ਨੂੰ ਉਹਨਾਂ ਦੇ ਡੈਸਟੀਨੇਸ਼ਨ ਤੱਕ ਜਾਂ ਉਹਨਾਂ ਦੇ ਘਰ ਤੱਕ ਪਹੁੰਚਾਉਣ ਦਾ ਜਿਹੜਾ ਰੇਲਵੇ ਦਾ ਫੇਅਰ ਚਾਰਜਸ ਹੋਏਗਾ ਉਹ ਕਾਂਗਰਸ ਪਾਰਟੀ ਬੀਅਰ ਕਰੇਗੀ। ਹਾਲਾਂਕਿ ਉਹਨਾਂ ਨੇ ਹਾਲੇ ਕੁਝ ਦਿੱਤਾ ਨਹੀਂ ਹੈ, ਉਹਨਾਂ ਦਾ ਸਿਰਫ ਇੱਕ ਬਿਆਨ ਹੈ। ਉਸ ਤੋਂ ਬਾਅਦ ਜਿੰਨੇ ਕਾਂਗਰਸੀ ਸੀ ਉਹਨਾਂ ਨੇ ਹਰ ਇੱਕ ਸ਼ਹਿਰਾਂ ਦੇ ਵਿੱਚ ਆਪਣੇ ਪ੍ਰੈਸ ਰਿਲੀਜ਼ ਕਰਕੇ ਜਾਂ ਉਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਗਾਈਡ ਕਰਨਾ ਸ਼ੁਰੂ ਕਰਤਾ ਕਿ ਯੂ ਨੋ ਨੀਡ ਟੂ ਵਰੀ ਫॉर ਐਨੀਥਿੰਗ, ਅਸੀਂ ਤੁਹਾਡੇ ਲਈ ਇੱਥੇ ਬੈਠੇ ਹਾਂ, ਸਾਡੀ ਮੈਡਮ ਸੋਨੀਆ ਗਾਂਧੀ ਨੇ ਤੁਹਾਡਾ ਖਰਚਾ ਚੱਕਣ ਦੀ ਜ਼ਿੰਮੇਵਾਰੀ ਲੈ ਲਈ ਹੈ। ਸੋ ਉਸੇ ਕੜੀ ਦੇ ਤਹਿਤ ਪਹਿਲੇ ਰਾਜਾ ਵੜਿੰਗ ਨੇ ਪੰਫਲੈਟ ਵੰਡੇ, ਕੱਲੇ ਲੇਬਰ ਵਾਲੇ ਨੂੰ ਆਪ ਵੀ ਦੱਸਦੇ ਰਹੇ ਤੇ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਚੇਲੇ ਸੀਗੇ ਉਹ ਉਹਨਾਂ ਨੂੰ ਸਮਝਾਉਂਦੇ ਰਹੇ ਕਿ ਸਾਡੇ ਰਾਜਾ ਸਾਹਿਬ ਤੁਹਾਨੂੰ ਆਹ ਕਹਿ ਰਹੇ ਨੇ, ਇਹਦਾ ਹਿੰਦੀ 'ਚ ਮਤਲਬ ਆਹ ਵੀ ਨਿਕਲਦਾ। ਉਹ ਵੀ ਉਹਨਾਂ ਨੂੰ ਬੜੇ ਤਫਸੀਰ ਦੇ ਨਾਲ ਸਮਝਾਉਂਦੇ ਨਜ਼ਰ ਆਏ। ਤੇ ਉਸ ਤੋਂ ਬਾਅਦ ਰਾਜੇ ਤੋਂ ਬਾਅਦ ਇਹ ਜਿਹੜੀ ਸੀਗੀ ਚਮਚਾਗਿਰੀ ਦੀ ਜਿਹੜੀ ਦੂਸਰੀ ਲਾਈਨ ਸੀ ਲੰਬੀ ਹੋਣ ਲੱਗ ਗਈ। ਦੂਸਰੇ ਸ਼ਹਿਰਾਂ ਦੇ ਵਿੱਚ ਵੀ ਕਈ ਕਾਂਗਰਸੀਆਂ ਨੇ ਕੱਲ ਉਹ ਅੱਜ ਪੰਫਲੈਟ ਵੰਡ ਗਏ ਜਾਂ ਰੇਲਵੇ ਸਟੇਸ਼ਨਾਂ ਦੇ ਕੋਲ ਜਾ ਕੇ ਜਿਹੜੇ ਮਾਈਗ੍ਰੈਂਟ ਸੀ ਉਹਨਾਂ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਆਪਣੇ ਜਿਹੜਾ ਸਟੇਟਸ ਦੇ ਵਿੱਚ ਜਾਂ ਆਪਣੇ ਘਰ ਦੇ ਵਿੱਚ ਸਿਟੀ ਦੇ ਵਿੱਚ ਵਾਪਸ ਜਾ ਰਹੇ ਹੋ, ਤੁਹਾਡਾ ਸਿਰਫ ਤੁਹਾਡੀ ਜਿਹੜੀ ਫਿਕਰ ਸੀ ਸਿਰਫ ਕਾਂਗਰਸ ਪਾਰਟੀ ਨੂੰ ਸੀ, ਹੋਰ ਕਿਸੇ ਨੂੰ ਨਹੀਂ ਸੀ। ਇਹਦਾ ਮਕਸਦ ਸਿਰਫ ਇਹ ਨਹੀਂ ਹੈ ਕਿ ਕਾਂਗਰਸ ਪਾਰਟੀ ਦਾ ਪ੍ਰਚਾਰ ਕਰਨਾ, ਇਹਦਾ ਚਾਹੇ ਰਾਜਾ ਵੜਿੰਗ ਹੋਵੇ ਜਾਂ ਉਹਨਾਂ ਦੇ ਜਿਹੜੇ ਹੋਰ ਕਲੀਗਸ ਜਿਹੜੇ ਅਲੱਗ-ਅਲੱਗ ਸ਼ਹਿਰਾਂ ਵਿੱਚ ਇਹ ਕੰਮ ਕਰ ਰਹੇ ਨੇ, ਉਹਨਾਂ ਦਾ ਮਕਸਦ ਕਾਂਗਰਸ ਪਾਰਟੀ ਦੀ ਪਪੂਲੈਰਿਟੀ ਜਾਂ ਕਾਂਗਰਸ ਪਾਰਟੀ ਦੀਆਂ ਜਿਹੜਾ ਇਹ ਡਿਸੀਜਨ ਹੈ ਉਹਨੂੰ ਘਰ ਪਹੁੰਚਾਉਣਾ ਨਹੀਂ ਹੈ। ਉਹਨਾਂ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਅਸੀਂ ਇਸ ਦੇ ਜ਼ਰੀਏ ਮੀਡੀਆ ਹਾਈਪ ਲੈ ਕੇ ਅਸੀਂ ਆਪਣੇ ਬੌਸਸ ਦੀ ਨਜ਼ਰਾਂ 'ਚ ਆ ਜਾਈਏ ਕਿ ਇਹ ਸਾਡੇ ਬੰਦੇ ਨੇ, ਸਾਡੇ ਲਈ ਉੱਥੇ ਆਵਾਜ਼ ਬੁਲੰਦ ਕਰ ਰਹੇ ਨੇ। ਤਾਂ ਕਿਤੇ ਨਾ ਕਿਤੇ ਲਾਈਮਲਾਈਟ 'ਚ ਆਉਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਹੈ। ਸੋ ਇਹ ਨਵੀਂ ਨਹੀਂ ਹੈ ਚਮਚਾਗਿਰੀ। ਕਾਂਗਰਸ ਪਾਰਟੀ ਦੇ ਵਿੱਚ ਇਹ ਅੱਗੇ ਵਧਣ ਦੇ ਲਈ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕਰਨਾ ਇਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਵੀ ਹੋ ਜਾਂਦਾ ਔਰ ਕਰਦੇ ਵੀ ਆਏ ਨੇ ਕਾਫੀ ਦੇਰ ਤੋਂ। ਜੀ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਅਕਸਰ ਹੁਣ ਮਿਲਦੇ ਰਵਾਂਗੇ ਕਿਉਂਕਿ ਮੁੱਦੇ ਜਿਹੜੇ ਨੇ ਬਹੁਤ ਸਾਰੇ ਨੇ ਤੇ ਜਿਹੜੇ ਨਕਾਰੇ ਜਾ ਰਹੇ ਨੇ ਉਹ ਵੀ ਬਹੁਤ ਸਾਰੇ ਨੇ ਤੇ ਇਸ ਤੇ ਡਿਸਕਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਆਮ ਲੋਕਾਂ ਤੱਕ ਇਹ ਗੱਲ ਪਹੁੰਚਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਿਹੜੇ ਕੈਨੇਡਾ, ਨਾਰਥ ਅਮਰੀਕਾ 'ਚ ਲੋਕ ਬੈਠੇ ਹੋਏ ਨੇ ਜਿਨ੍ਹਾਂ ਦੇ ਦਿਲਾਂ ਵਿੱਚ ਪੰਜਾਬ ਵਸਦਾ ਹੈ, ਭਾਰਤ ਵਸਦਾ ਹੈ, ਉਹਨਾਂ ਤੱਕ ਇੱਕ ਇਨਫੋਰਮੇਸ਼ਨ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਬਹੁਤ ਧੰਨਵਾਦ ਤੁਸੀਂ ਵਕਤ ਕੱਢਿਆ। ਸਤਿ ਸ਼੍ਰੀ ਅਕਾਲ।
ਧੰਨਵਾਦ ਜੀ।